ਨਮਸਕਾਰ। ਅਸੀਂ ਦੱਸ ਦਈਏ ਕਿ ਕੋਵਿਡ ਕਰਕੇ ਬਹੁਤ ਸਾਰੀਆਂ ਚੇਂਜਸ ਆਈਆਂ ਗਵਰਨਮੈਂਟ ਰੂਲਸ ਦੇ ਵਿੱਚ, ਸਪੈਸ਼ਲੀ ਟੈਕਸੇਸ਼ਨ ਦੇ ਵਿੱਚ। ਹਰ ਵਾਰੀ ਕੁਛ ਨਾ ਕੁਛ ਐਸਾ ਲੈ ਕੇ ਆਏ ਕਿ ਆਪਣੇ ਜਿਹੜੇ ਭੈਣ ਭਰਾ ਜਾਂ ਤਾਂ ਜੌਬ ਛੱਡ ਚੁੱਕੇ ਨੇ ਜਾਂ ਉਹਨਾਂ ਦੇ ਬਿਜ਼ਨਸ ਪਿੱਛੇ ਜਾ ਰਹੇ ਨੇ, ਜਿਨ੍ਹਾਂ ਨੂੰ ਵੀ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਫਾਈਨੈਂਸ਼ੀਅਲ ਲਾਸ ਹੋ ਰਿਹਾ, ਉਹ ਕਿਸ ਤਰੀਕੇ ਦੇ ਨਾਲ ਗਵਰਨਮੈਂਟ ਹੈਲਪ ਲੈ ਸਕਦੇ ਨੇ। ਲੇਕਿਨ ਪਿੱਛੇ ਜੀ ਇੱਕ ਨਿਊਜ਼ ਬੜੀ ਸਰਗਰਮ ਹੋ ਰਹੀ ਹੈ ਕਿ ਗਵਰਨਮੈਂਟ ਕਹਿ ਰਹੀ ਹੈ ਕਿ ਉਹ ਸਭ ਉਹਨਾਂ ਜੌਬ ਕੀਪਰਸ ਤੋਂ ਜਿਨ੍ਹਾਂ ਨੇ ਜੌਬ ਕੀਪਰਸ ਪੇਮੈਂਟ ਲਈਆਂ ਨੇ, ਉਹਨਾਂ ਤੇ ਇਨਕੁਆਇਰੀ ਬਿਠਾਉਣਗੇ, ਇਹ ਦੇਖਣਗੇ ਕਿ ਕਿਤੇ ਉਹਨਾਂ ਨੇ ਫਰਾਡ ਤਾਂ ਨਹੀਂ ਕੀਤਾ, ਕੁਝ ਗਲਤ ਤਾਂ ਨਹੀਂ ਕੀਤਾ। ਹੁਣ ਬਹੁਤ ਸਾਰੇ ਸਵਾਲ ਐਸਾਂ ਦੇ ਆ ਰਹੇ ਨੇ ਕਿ ਵਾਕਈ ਕੀ ਸਾਨੂੰ ਕਿਹੜੀਆਂ ਕਿਹੜੀਆਂ ਐਲੀਜੀਬਿਲਿਟੀਜ਼ ਸੀਗੀਆਂ ਸਾਨੂੰ ਸੋਚਣੀਆਂ ਚਾਹੀਦੀਆਂ ਸੀ ਕਿ ਕਿਤੇ ਸਾਡੇ ਕੋਲੋਂ ਗਲਤੀ ਤਾਂ ਨਹੀਂ ਹੋ ਗਈ। ਬਹੁਤ ਸਾਰੇ ਕੁਐਸਚਨ ਸਾਨੂੰ ਵੀ ਆਏ ਨੇ, ਬਹੁਤ ਸਾਰੇ ਕੁਐਸਚਨ ਮਨਪ੍ਰੀਤ ਜੀ ਨੂੰ ਵੀ ਆਏ ਨੇ, ਤੇ ਇੱਕ ਵਾਰ ਫਿਰ ਤੋਂ ਸਾਡੇ ਨਾਲ ਮਨਪ੍ਰੀਤ ਜੀ ਐਮਐਸਐਸ ਅਕਾਊਂਟਿੰਗ ਤੋਂ ਸਾਡੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਹਿਲੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਵਾਰ ਫਿਰ ਤੋਂ ਸਾਡੇ ਕੁਐਸਚਨਸ ਦੇ ਆਨਸਰਸ ਲੈ ਕੇ ਸਾਡੇ ਨਾਲ ਇੱਥੇ ਜੁੜਨ ਦਾ। ਜੇਕਰ ਤੁਸੀਂ ਆਸਟ੍ਰੇਲੀਆ ਵਿੱਚ ਟੈਕਸ ਦੀ ਸਹੀ ਜਾਣਕਾਰੀ ਚਾਹੁੰਦੇ ਹੋ ਤਾਂ MSS ਟੈਕਸ ਸਰਵਿਸ ਦੇ ਰਜਿਸਟਰਡ ਟੈਕਸ ਏਜੰਟ ਮਨਪ੍ਰੀਤ ਸਿੰਘ ਜੀ ਕਰ ਸਕਦੇ ਹਨ ਤੁਹਾਡੀ ਮਦਦ। MSS ਟੈਕਸ ਸਰਵਿਸ ਪ੍ਰੋਵਾਈਡ ਕਰਦੇ ਹਨ ਤੁਹਾਨੂੰ ਸਭ ਤੋਂ ਵਧੀਆ ਅਤੇ ਅਫੋਰਡੇਬਲ ਸਰਵਿਸ ਇਨਕਮ ਟੈਕਸ ਪ੍ਰੈਪਰੇਸ਼ਨ। ਸੰਪਰਕ ਕਰੋ MSS ਟੈਕਸ ਸਰਵਿਸ ਦੇ ਆਫਿਸ ਵਿੱਚ। MSS ਟੈਕਸ ਸਰਵਿਸ ਦੇ ਆਫਿਸ ਤੁਹਾਡੀ ਸਹੂਲਤ ਲਈ ਨੋਬਲ ਪਾਰਕ, ਮੋਰਡੀਆਲੋਕ ਅਤੇ ਐਪਿੰਗ ਵਿੱਚ ਸਥਿਤ ਹਨ। ਫੋਨ ਨੰਬਰ 0431457638। ਬਹੁਤ ਸਾਰੇ ਕੁਐਸਚਨਸ ਆਉਂਦੇ ਨੇ ਤੇ ਸਪੈਸ਼ਲੀ ਇਹ ਮੁੱਦਾ ਬੜਾ ਭੜਕਿਆ ਹੋਇਆ। ਬਹੁਤ ਰੋਜ਼ ਨਿਊਜ਼ ਆ ਰਹੀ ਹੈ ਕਿ ਗਵਰਨਮੈਂਟ ਕਹਿ ਰਹੀ ਹੈ ਔਰ ਏਟੀਓ ਵੀ ਕਹਿ ਰਿਹਾ ਹੈ ਕਿ ਅਸੀਂ ਇਨਕੁਆਇਰੀਜ਼ ਬਿਠਾਵਾਂਗੇ, ਹੁਣ ਉਹਨਾਂ ਸਾਰੇ ਲੋਕਾਂ ਨੂੰ ਫੜਾਂਗੇ ਜਿਨ੍ਹਾਂ ਨੇ ਫਰਾਡ ਕੀਤਾ ਜਾਂ ਸੁਪਰ ਕਢਵਾਈਏ। ਮੇਨ ਇੱਕ ਚੀਜ਼ ਆ ਰਹੀ ਹੈ ਸਾਈਬਰ ਅਟੈਕ। ਪਹਿਲਾਂ ਤਾਂ ਸਾਈਬਰ ਅਟੈਕ ਕੀ ਹੈਗਾ, ਕਿਉਂ ਨਿਊਜ਼ ਇੰਨੀ ਜ਼ਿਆਦਾ ਚੱਲੀ ਹੋਈ ਹੈ ਕਿ ਸਾਈਬਰ ਅਟੈਕ ਕੀ ਹੈ? ਇਹ ਦੋ ਵੱਖਰੀ ਨਿਊਜ਼ ਆ। ਪਹਿਲੇ ਤੇ ਸਾਈਬਰ ਅਟੈਕ ਦੇਖੋ, ਇੱਥੇ ਸਭ ਤੋਂ ਵੱਡਾ ਸਾਈਬਰ ਅਟੈਕ ਸੈਕਿੰਡ ਲਾਰਜੈਸਟ ਮੈਂ ਕਹੂੰਗਾ ਆਸਟ੍ਰੇਲੀਆ ਦਾ, ਜਿਹੜਾ ਉਹਨਾਂ ਨੇ ਅਨਾਉਂਸ ਕੀਤਾ ਕਿ ਉਹਨਾਂ ਦੀ ਜਿਹੜੀ ਗਵਰਨਮੈਂਟ ਦੀ ਇਨਫੋਰਮੇਸ਼ਨ ਹੈ ਜਾਂ ਪ੍ਰਾਈਵੇਟ ਸੈਕਟਰ ਦੀ ਇਨਫੋਰਮੇਸ਼ਨ ਹੈ ਉਹ ਥ੍ਰੈਟ ਤੇ ਹੈ। ਕਿਉਂਕਿ ਇੱਕ ਹੈਕਿੰਗ ਜਾਂ ਕੋਈ ਕਹਿ ਸਕਦੇ ਹੋ ਜਿਨ੍ਹਾਂ ਨੂੰ ਸਿਸਟਮ ਤੋਂ ਚੋਰੀ ਕਰਨ ਦੀ ਆਦਤ ਹੈ, ਉਹ ਫਰੰਟ ਆ ਕੇ ਚੀਜ਼ਾਂ ਕਰ ਰਹੇ ਨੇ। ਠੀਕ ਹੈ, ਮਤਲਬ ਕਿ ਉਹਨਾਂ ਦੀ ਇਨਫੋਰਮੇਸ਼ਨ ਲਈ ਜਾ ਰਹੀ ਹੈ। ਹਾਂਜੀ। ਤੇ ਉਹਦੇ ਵਾਸਤੇ ਇੱਕ ਮੈਂ ਸਮਾਲ ਮੀਡੀਅਮ ਬਿਜ਼ਨਸ ਵਾਸਤੇ ਗੱਲ ਕਰੂੰਗਾ, ਕਿਉਂਕਿ ਹਜੇ ਗਵਰਨਮੈਂਟ ਵੀ ਸਟੈਪ ਉਠਾ ਰਹੀ ਹੈ, ਪ੍ਰਾਈਮ ਮਿਨਿਸਟਰ ਨੇ ਵੀ ਅਨਾਉਂਸ ਕੀਤਾ ਇਹ ਚੀਜ਼ ਬਾਰੇ। ਤੇ ਮੈਂ ਹਰ ਇੱਕ ਜਿਹੜਾ ਸਮਾਲ ਮੀਡੀਅਮ ਜਾਂ ਵੱਡਾ ਬਿਜ਼ਨਸਮੈਨ ਆ ਉਹਨਾਂ ਵਾਸਤੇ ਇਹ ਕਹੂੰਗਾ, ਜੇ ਤੁਹਾਨੂੰ ਲੱਗਦਾ ਕਿ ਕਾਲ ਆਈ ਹੈ, ਕਿਉਂਕਿ ਮੈਨੂੰ ਹੀ ਰੀਸੈਂਟਲੀ ਕਾਲ ਆਈ ਸੀ, ਕੱਲ ਪਰਸੋਂ ਕਾਲ ਆਈ। ਪਹਿਲੇ ਤੇ ਆਡੀਓ ਜੀ ਚੱਲਦੀ ਹੈ ਕੈਸੇਟ, ਫਿਰ ਉਹ ਕਹਿੰਦੇ ਕਿ ਜੇ ਤੁਹਾਡੇ ਅਰੈਸਟ ਵਾਰੰਟ ਨਿਕਲ ਰਹੇ ਹਨ ਜੀ, ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹਦੇ ਤੁਸੀਂ ਨਹੀਂ ਜਾਣਾ ਚਾਹੁੰਦੇ ਤੇ ਪ੍ਰੈਸ 1 ਦਬਾਓ। ਮੈਂ ਪ੍ਰੈਸ 1 ਦਬਾਇਆ, ਮੈਂ ਜਾਣ ਬੁੱਝ ਕੇ ਸੁਣਨਾ ਚਾਹੁੰਦਾ ਸੀ ਕਿ ਕੀ ਕਹਿੰਦੇ ਨੇ। ਉਸ ਤੋਂ ਬਾਅਦ ਬੋਲਦਾ ਕਿ ਮੈਂ ATO ਤੋਂ ਗੱਲ ਕਰ ਰਿਹਾ ਜਾਂ ਕੋਈ ਵੀ ਗਵਰਨਮੈਂਟ ਸੈਕਟਰ ਤੋਂ ਕਹਿ ਸਕਦਾ ਕਿ ਗੱਲ ਕਰ ਰਿਹਾ ਮੈਂ, ਤੇ ਤੁਹਾਡੀ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਕਰੇਗਾ। ਅਵੋਇਡ ਕਰੋ ਉਹ ਇਨਫੋਰਮੇਸ਼ਨ ਦੇਣ ਦੀ ਕਿਸੇ ਟਾਈਪ ਦੀ ਵੀ, ਕਿਉਂਕਿ ਉਹ ਤੁਹਾਡਾ ਕੋਈ ਅਰੈਸਟ ਵਾਰੰਟ ਨਹੀਂ ਨਿਕਲ ਸਕਦਾ। ATO ਕੋਈ ਅਰੈਸਟ ਵਾਰੰਟ ਨਹੀਂ ਕੱਢ ਦੇਗਾ, ਤੁਹਾਡਾ ਕੋਈ ਲੀਗਲ ਐਕਸ਼ਨ ਇੰਨੇ ਕੇਸ ਤੇ ਲਏਗਾ ਨਹੀਂ। ਕਿ ਤੁਹਾਨੂੰ ਵੀ ਪਤਾ ਕਿ ਹਰ ਬੰਦੇ ਨੂੰ ਪਤਾ ਹੁੰਦਾ ਹੈ ਕਿ ਹਾਂ ਬਈ ਕਿ ਮੈਂ ਕੀ ਲੌਜ ਕੀਤਾ ਸੀ। ਔਰ ATO ਕਦੀ ਅਰੈਸਟ ਵਾਰੰਟ ਕਦੀ ਨਹੀਂ ਕੱਢਦਾ। ਪਹਿਲੀ ਗੱਲ ਆਪਣੇ ਮਾਈਂਡ ਤੋਂ ਇਹ ਕੱਢ ਦਿਓ। ਜਦੋਂ ਇਹ ਚੀਜ਼ ਤੁਹਾਡੀ ਅੱਖਾਂ ਅੱਗੇ ਜਾਂ ਫੋਨ ਅੱਗੇ ਆਉਂਦੀ ਹੈ, ਤੁਸੀਂ ਬੈਸਟ ਹੈ ਫੋਨ ਡਿਸਕਨੈਕਟ ਕਰ ਦਿਓ। ਦੂਸਰੀ ਚੀਜ਼, ਆਈਦਰ ਤੁਸੀਂ ATO ਨੂੰ ਕਾਲ ਕਰੋ। ਜੇ ਅਗਰ ATO ਨੂੰ ਲੱਗਦਾ ਹੈ ਕਿ ਟਾਈਮ ਲੱਗ ਰਿਹਾ, ਤੁਹਾਡੇ ਕੋਲ ਆਪਣਾ ਅਕਾਊਂਟੈਂਟ ਹੈ, ਉਹਨੂੰ ਕਾਲ ਕਰਕੇ ਦੇਖੋ। ਠੀਕ ਹੈ, ਹੁਣ ਇੱਕ ਹੋਰ ਚੀਜ਼ ਹੁੰਦੀ ਹੈ ਕਿ ਕਈ ਵਾਰੀ ਨਾ ਉਹ ਤੁਹਾਡੇ ਅਕਾਊਂਟੈਂਟ ਦਾ ਨੰਬਰ ਵੀ ਲੈਣ ਦੀ ਕੋਸ਼ਿਸ਼ ਕਰਦੇ ਆ ਕਿ ਯੂ ਟੈਲ ਮੀ ਯੋਰ ਅਕਾਊਂਟੈਂਟ ਨੰਬਰ ਫਲਾਣਾ ਫਲਾਣਾ। ਤੁਸੀਂ ਕੋਸ਼ਿਸ਼ ਕਰੋ ਕਿ ਉਹਨੂੰ ਨਾਮ ਨਾ ਦੱਸੋ, ਕਿਉਂਕਿ ATO ਨੂੰ ਪਹਿਲੇ ਪਤਾ ਹੈ ਜੇਕਰ ਕਿਸੇ ਅਕਾਊਂਟੈਂਟ ਤੋਂ ਤੁਸੀਂ ਕੰਮ ਕਰਵਾ ਲਿਓ ਨਾ ਤੇ ਉਹਦਾ ਸਭ ਕੁਝ ਡਿਟੇਲ ਉਹਨਾਂ ਕੋਲ ਹੈਗੀ ਹੈ। ਠੀਕ ਹੈ, ਉਹ ਆਪਣੇ ਆਪ ਉਹਨੂੰ ਕਾਲ ਕਰ ਸਕਦੇ ਆ, ਪੁੱਛ ਸਕਦੇ ਆ। ਤੁਸੀਂ ਇੰਨੀ ਡਿਟੇਲ ਵਿੱਚ ਉਹਨੂੰ ਦੱਸਣ ਦੀ ਕੋਈ ਜ਼ਰੂਰਤ ਨਹੀਂ ਹੈ, ਬਿਲਕੁਲ ਵੀ ਕੁਛ ਨਾ ਦੱਸੋ, ਕਿਉਂਕਿ ਤੁਹਾਡੀ ਇਨਫੋਰਮੇਸ਼ਨ ਹੈਕ ਕੀਤੀ ਜਾ ਸਕਦੀ ਹੈ, ਫੋਨ ਤੋਂ ਡਾਟਾ ਹੈਕ ਕੀਤਾ ਜਾ ਸਕਦਾ। ਟਰਾਈ ਟੂ ਅਵੋਇਡ ਡਿਸਕਨੈਕਟ ਦਾ ਫੋਨ, ਦੈਟਸ ਇਟ, ਮੈਂ ਇਹੀ ਕਹੂੰਗਾ। ਇਹ ਤੇ ਵਾਕਈ ਬੜੀ ਵਾਰੀ ਆਇਆ ਕਿ ਬੜੀ ਵਾਰੀ ਕਹਿ ਦਿੰਦੇ ਕਿ ਤੁਹਾਨੂੰ ਅਰੈਸਟ ਵਾਰੰਟ ਦੇਣੇ ਆ। ਬਹੁਤ ਸਾਰੇ ਲੋਕਾਂ ਦਾ ਇਹ ਵੀ ਦੇਖਿਆ ਕਿ ਉਹਨਾਂ ਨੇ ਚਾਹੇ ਇਨਫੋਰਮੇਸ਼ਨ ਨਹੀਂ ਵੀ ਦਿੱਤੀ, ਲੇਕਿਨ ਸਿਰਫ ਫੋਨ ਸੁਣਨ ਦੇ ਨਾਲ ਹੀ ਉਹਨਾਂ ਦੀ ਇਨਫੋਰਮੇਸ਼ਨ, ਫੋਨ ਦਾ ਡਾਟਾ ਉਹਨਾਂ ਕੋਲ ਚਲਾ ਗਿਆ, ਹੈਕਰਸ ਕੋਲ। ਸੋ ਵਾਕਈ ਇਹ ਅਵੋਇਡ ਕਰਨਾ ਚਾਹੀਦਾ। ਤੇ ਇਸ ਤੋਂ ਇਲਾਵਾ ਕੋਈ ਹੋਰ ਪ੍ਰੀਵੈਂਸ਼ਨਸ ਵੀ ਹੈਗੀਆਂ? ਮੈਂ ਇਹ ਕਹੂੰਗਾ ਕਿ ਜੇ ਅਗਰ ਤੁਹਾਡਾ ਇੰਟਰਨੈਟ ਤੇ ਕੰਮ ਹੈ ਜਾਂ ਕੋਈ IT ਦਾ ਕੰਮ ਹੈ, ਟਰਾਈ
ਕਿ ਆਪਣਾ ਜਿਹੜਾ ਸਿਸਟਮ ਜਿੰਨਾ ਪ੍ਰੋਟੈਕਟ ਕਰਾ ਸਕਦੇ ਹੋ, ਜਾਂ ਆਈਟੀ ਵਾਲੇ ਨੂੰ ਜਿਹੜਾ ਵੀ ਤੁਹਾਡਾ ਸਪੈਸ਼ਲਿਸਟ ਹੈ ਉਹਨੂੰ ਬੋਲੋ ਕਿ ਹਾਂ ਬਈ ਇਹ ਚੀਜ਼ ਦੇ ਬਾਰੇ ਆਈ ਕਲਾਊਡ ਜਾਂ ਕੁਝ ਵੀ ਅੱਜ ਕੱਲ੍ਹ ਸਿਸਟਮਸ ਇੰਨੇ ਅਪਡੇਸ਼ਨ ਆ ਰਹੀਆਂ, ਤੁਸੀਂ ਆਪਣਾ ਸਿਸਟਮ ਨੂੰ ਬੈਕਅਪ ਰੱਖੋ, ਟਰਾਈ ਟੂ ਪ੍ਰੀਵੈਂਟ ਮੋਰ ਐਂਡ ਮੋਰ। ਠੀਕ ਹੈ ਨਾ। ਆਪ ਕਹਿੰਦੇ ਕਿ ਆਪਣੀ ਜ਼ਿੰਮੇਵਾਰੀ ਆਪ ਹੀ ਲੈ ਸਕਦਾ ਬੰਦਾ, ਤੇ ਜਿੰਨੀ ਲੈ ਸਕਦੇ ਹੋ ਉਨੀ ਲਓ, ਔਰ ਟਰਾਈ ਟੂ ਅਵੋਇਡ, ਜੇ ਤੁਹਾਨੂੰ ਫੋਨ ਆ ਰਿਹਾ ਹੈ ਜਾਂ ਕਿਸੇ ਕਿਸਮ ਦਾ ਫੋਨ ਆਏ, ਡੋਂਟ ਪਿਕ, ਆ ਰਿਹਾ ਉਸੇ ਸਮੇਂ ਪਿਕ ਕਰਕੇ ਕਾਲ ਡਿਸਕਨੈਕਟ ਕਰ ਦਿਓ। ਠੀਕ ਹੈ। ਇਹ ਤੇ ਇੱਕ ਸੀਗੀ ਸਾਈਬਰ ਅਟੈਕ ਤੇ ਨੂੰ ਅਸੀਂ ਗੱਲ ਕੀਤੀ। ਦੂਸਰੀ ਅਸੀਂ ਜਦੋਂ ਸਟਾਰਟਿੰਗ ਚ ਇੰਟਰੋਡਕਸ਼ਨ ਵੀ ਦਿੱਤੀ ਕਿ ਦੂਸਰੀ ਨਿਊਜ਼ ਆ ਰਹੀ ਹੈ ਜੌਬ ਕੀਪਰਸ ਦੀ, ਕਿ ਉਹਨਾਂ ਦੇ ਵਿੱਚ ਵੀ ਕਾਫੀ ਕੁਝ ਆ ਰਿਹਾ ਹੈ ਕਿ ਗਵਰਨਮੈਂਟ ਜਿਹੜੀ ਉਹ ਕਰ ਰਹੀ ਹੈ, ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ। ਅੱਜ ਕੱਲ ਹੌਟ ਟੌਪਿਕ ਬਣਿਆ, ਕਿਉਂਕਿ ਕਲਾਇੰਟਸ ਕਾਲ ਕਰਦੇ ਹਨ, ਹਰ ਕਿਸੇ ਨੂੰ ਕਾਲ ਕਰ ਰਹੇ ਨੇ, ਹਰ ਕੋਈ ਆਪਣੇ ਅਕਾਊਂਟੈਂਟ ਨੂੰ ਕਾਲ ਕਰਕੇ ਪੁੱਛ ਰਿਹਾ ਕਿ ਯਾਰ ਮੈਂ ਜਿਹੜਾ ਸੁਪਰ ਵਿਡਰਾਅ ਕਰਾ ਲਿਆ ਹੈ ਕੀ ਉਹ ਜੈਨੂਅਨ ਸੀ, ਕਿ ਉਹ ਹੁਣ ਮੈਨੂੰ ਇਹ ਤੇ ਨਹੀਂ ਕਿ ਵਾਪਸ ਦੇਣੇ ਪੈ ਜਾਣਗੇ, ਕਿਉਂਕਿ ਗਵਰਨਮੈਂਟ ਨੇ ਅਨਾਉਂਸ ਕਰ ਦਿੱਤਾ ਹੈ ਕਿ ਹਾਂ ਅਸੀਂ ਇੱਕ ਟੀਮ ਬਣਾਵਾਂਗੇ, ਉਹਦੇ ਵਿੱਚ ਇਹ ਫਾਈਂਡ ਕਰਾਂਗੇ ਕਿ ਕਿਸੇ ਨੇ ਇਨਐਪਰੋਪ੍ਰੀਏਟ ਤਰੀਕੇ ਨਾਲ ਤੇ ਨਹੀਂ ਕਢਾਇਆ ਸੁਪਰ ਜਾਂ ਜੌਬ ਕੀਪਰ। ਠੀਕ ਹੈ, ਬੈਟਰ ਹੈ, ਕਿਉਂਕਿ ਮੈਂ ਫੋਰ ਐਗਜ਼ਾਮਪਲ ਤੁਹਾਨੂੰ ਐਗਜ਼ਾਮਪਲ ਦਿੰਦਾ, ਜੌਬ ਕੀਪਰ ਅਪਲਾਈ ਕਰਨ ਤੋਂ ਪਹਿਲੇ ਇੱਕ ਐਲੀਜੀਬਿਲਟੀ ਕ੍ਰਾਈਟੇਰੀਆ ਆਇਆ ਸੀ, ਮੈਂ ਇੰਟਰਵਿਊ ਲਾਸਟ ਕਾਫੀ ਦੇਰ ਬਾਅਦ ਦੇ ਰਿਹਾ ਤੁਹਾਨੂੰ, ਕਿ ਉਹਨਾਂ ਨੇ ਕਲੀਅਰਲੀ ਕਿਹਾ ਸੀ ਕਿ ਪੀਆਰ, ਸਿਟੀਜ਼ਨ ਜਾਂ ਪ੍ਰੋਟੈਕਟਿਵ ਵੀਜ਼ਾ ਵਾਲਾ ਹੀ ਕਢਾ ਸਕਦਾ, ਔਰ ਉਸ ਤੋਂ ਬਾਅਦ ਉਹਨਾਂ ਨੇ ਬੋਲਿਆ ਕਿ ਤੁਸੀਂ ਆਪਣੀ ਜੀਐਸਟੀ ਟਰਨਓਵਰ ਜਿਹੜੀ ਹੈ, ਜੀਐਸਟੀ ਟਰਨਓਵਰ ਹੁੰਦੀ ਹੈ ਕਿ ਜਿਹੜੀ ਤੁਹਾਡੀ ਸੇਲ ਹੈ ਜਾਂ ਇਨਕਮ ਹੈ ਉਹ ਘੱਟੀ ਹੋਣੀ ਚਾਹੀਦੀ ਹੈ। ਠੀਕ ਹੈ, ਜੇ ਘੱਟੀ ਹੈ ਔਰ ਤੁਸੀਂ ਉਹ ਐਲੀਜੀਬਿਲਟੀ ਨੂੰ ਮੈਟ ਕਰਦੇ ਪਏ ਹੋ, ਫਿਰ ਤੇ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ। ਠੀਕ ਹੈ, ਪ੍ਰੋਬਲਮ ਉਹਨੂੰ ਆਣੀ ਹੈ ਬੇਸਿਕਲੀ, ਸਪੋਜ਼ ਕਰੋ ਇੱਕ ਸਟੂਡੈਂਟ ਹੈ, ਸਟੂਡੈਂਟ ਵਿਚਾਰਾ ਫਸਿਆ ਪਿਆ, ਉਹ ਕਹਿੰਦਾ ਯਾਰ ਕਿ ਮੈਂ ਮਾਏਗਾ ਵੀ ਜਾ ਕੇ ਮੈਨੂੰ ਕਲਿੱਕ ਹੀ ਕਰਨਾ, ਮੈਂ ਕਲਿੱਕ ਕਰਦਾ ਜਾਂਦਾ, ਤੇ ਮੇਰੇ ਦੋਸਤ ਨੇ ਮੈਨੂੰ ਕਿਹਾ ਸੀ ਕਿ ਕਲਿੱਕ ਕਰਦੇ ਤੈਨੂੰ ਪੈਸੇ ਆ ਜਾਣਗੇ, 3000 ਮਹੀਨਾ ਲੱਗ ਜਾਏਗਾ, ਉਹ ਸੱਚੀ ਆ ਵੀ ਰਿਹਾ। ਫਿਰ ਇਹ ਚੀਜ਼ ਸੌਰੀ ਮੈਂ ਤੁਹਾਨੂੰ ਇੰਟਰਰਪਟ ਕਰ ਰਹੀ ਹਾਂ, ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਐਲੀਜੀਬਿਲਿਟੀ ਹੈਗੀ ਹੈ ਕਿ ਸਿਟੀਜ਼ਨ ਜਾਂ ਪੀਆਰ ਹੋਣਾ ਚਾਹੀਦਾ, ਤੁਸੀਂ ਐਗਜ਼ਾਮਪਲ ਦੇ ਦਿੱਤੀ ਹੈ ਹੁਣੇ ਕਿ ਸਟੂਡੈਂਟ ਕਰ ਰਿਹਾ ਔਰ ਸਟੂਡੈਂਟ ਨੂੰ ਆ ਵੀ ਰਿਹਾ, ਜਦੋਂ ਐਲੀਜੀਬਿਲਿਟੀ ਹੈ ਤਾਂ ਫਿਰ ਉਹਨਾਂ ਨੇ ਸਟੂਡੈਂਟ ਨੂੰ ਪੈਸੇ ਕਿਵੇਂ ਦਿੱਤੇ? ਮੈਂ ਜੋ ਦੇਖਿਆ ਕਿ ਉਹਨਾਂ ਨੇ ਉਸ ਸਿਸਟਮ ਦੇ ਉੱਤੇ ਇਹ ਨਹੀਂ ਕਿ TFN ਹੈ, ਹੁਣ TFN ਨੰਬਰ ਪਾਇਆ, ਉਹਨਾਂ ਨੇ ਕੋਈ ਡਾਟਾ ਡਾਊਨਲੋਡ ਕਰਨ ਲਈ ਨਹੀਂ ਮੰਗਿਆ ਕਿ ਪੀਆਰ ਦਾ ਕੋਈ ਪ੍ਰੂਫ ਦਿਓ ਜਾਂ ਸਿਟੀਜ਼ਨ ਦਾ ਪ੍ਰੂਫ ਦਿਓ, ਇੱਕ ਜਿਹੜਾ ਵੀਜ਼ਾ ਹੁੰਦਾ ਉਹ ਪ੍ਰੂਫ ਕਰਕੇ ਅਟੈਚ ਕਰਕੇ ਦਿਓ। ਉਹਨਾਂ ਨੇ ਇੱਕ ਸਮਝ ਲਓ ਕਿ ਬਟਨਸ ਬਣਾਏ, ਉਹਨਾਂ ਨੂੰ ਬਟਨ ਨੂੰ ਕਲਿੱਕ ਕਰਦਾ ਬੰਦਾ ਸਬਮਿਟ ਕਰ ਦਿੰਦਾ, ਬਟ ਉਹਦਾ ਨੁਕਸਾਨ ਕਿੰਨਾ ਹੋਇਆ? ਅੱਛਾ, ਦੋ ਚੀਜ਼ਾਂ ਆ ਜਾਂਦੀਆਂ ਹੁਣ ਇੱਥੇ। ਬੀਇੰਗ ਅ ਸਟੂਡੈਂਟ, ਇਹ ਜਦੋਂ ਅਸੀਂ ਵੀ ਸਟੂਡੈਂਟ ਸੀ ਸਾਡੇ ਲਈ ਵੀ ਬੜੀ ਮੁਸ਼ਕਿਲ ਸੀ ਇਹ ਚੀਜ਼ ਸਮਝਣੀ, ਚਲੋ ਹੁਣ ਤਾਂ ਸਮਝ ਆ ਗਈ ਹੈ। ਇੱਕ ਪਾਸੇ ਉਹ ਕਹਿੰਦੇ ਨੇ ਕਿ ਪੀਆਰ ਹੈ, ਜਦੋਂ ATO ਪੀਆਰ ਦੀ ਗੱਲ ਕਰਦਾ ਫਿਰ ਉਹ ਕਰਦਾ ਹੁੰਦਾ ਕਿ ਆਰ ਯੂ ਐਲੀਜੀਬਲ, ਆਰ ਯੂ ਸਿਟੀਜ਼ਨ ਐਜ਼ ਅ ਫॉर ਅ ਟੈਕਸ ਪਰਪਸ, ਯੂ ਨੋ ਰੈਜ਼ੀਡੈਂਟ ਫॉर ਅ ਟੈਕਸ ਪਰਪਸ, ਸੌਰੀ। ਤੇ ਉਸ ਟਾਈਮ ਦੇ ਉੱਤੇ ਜਦੋਂ ਅਸੀਂ ਸਟੂਡੈਂਟ ਸੀਗੇ ਸਾਨੂੰ ਬੜਾ ਭੁਲੇਖਾ ਪੈਂਦਾ ਹੁੰਦਾ ਸੀਗਾ ਕਿ ਅਸੀਂ ਪੀਆਰ ਨਹੀਂ ਹੈਗੇ, ਸਟੂਡੈਂਟ ਹੈਗੇ ਆ, ਪਰ ਰੈਜ਼ੀਡੈਂਟ ਫॉर ਅ ਟੈਕਸ ਪਰਪਸ। ਹੁਣ ਮੈਂ ਚਲੋ ਮਾਈਗੋਵ ਤੇ ਜਾ ਕੇ ਨਹੀਂ ਦੇਖਿਆ, ਮੈਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਦਾ ਕ੍ਰਾਈਟੇਰੀਆ, ਬਟ ਮੈਂ ਫਿਰ ਵੀ ਇਹ ਜਾਣਨਾ ਚਾਹਾਂਗੀ, ਉਤਸੁਕ ਹਾਂ ਕਿ ਜਦੋਂ ਤੁਸੀਂ ਕਿਹਾ ਕਿ ਟਿਕ 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 ਕਰ ਰਹੇ ਹੋ, ਤਾਂ ਉਹਦੇ ਤੇ ਕੋਈ ਇਸ ਤਰ੍ਹਾਂ ਦਾ ਟਿਕ ਕੁਐਸਚਨ ਹੈਗਾ ਸੀਗਾ, ਉਹਨਾਂ ਨੇ ਪੁੱਛਿਆ ਸੀਗਾ ਕਿ ਆਰ ਯੂ ਅ ਸਿਟੀਜ਼ਨ ਔਰ ਆਰ ਯੂ ਰੈਜ਼ੀਡੈਂਟ ਫॉर ਟੈਕਸ ਪਰਪਸ, ਇਸ ਤਰ੍ਹਾਂ ਦਾ ਸੀ ਕਿ ਜਸਟ ਐਜ਼ ਉਹਨਾਂ ਨੇ ਸਿਰਫ ਐਲੀਜੀਬਿਲਿਟੀ ਕ੍ਰਾਈਟੇਰੀਆ ਲਿਖਿਆ ਹੋਇਆ ਸੀਗਾ ਐਂਡ देयर वाज नो ਕੁਐਸਚਨ ਟੂ ਸਿਲੈਕਟ ਯੈਸ অর ਨੋ? ਦੇਖੋ, ਜਦੋਂ ਇਹਨਾਂ ਨੇ ਅਨਾਉਂਸ ਵੀ ਕੀਤਾ ਸੀ, ਠੀਕ ਹੈ, ਉਹਨਾਂ ਨੇ ਕਲੀਅਰਲੀ ਬੋਲਿਆ ਸੀ ਕਿ ਪ੍ਰੋਟੈਕਟਿਵ ਵੀਜ਼ਾ, ਪੀਆਰ, ਸਿਟੀਜ਼ਨ ਇਹਨਾਂ ਵਾਸਤੇ ਹੀ ਇਹ ਵੀਜ਼ਾ ਬਣਿਆ, ਜੌਬ ਕੀਪਰ ਬਣਿਆ। ਮੈਂ ਗੱਲ ਕੱਟ ਰਿਹਾ ਤੁਹਾਡੀ। ਉਸ ਤੋਂ ਬਾਅਦ ਇਹਨਾਂ ਨੇ ਫਿਰ ਜਦੋਂ ਤੁਸੀਂ ਫਾਰਮ ਫਿਲ ਕਰਨਾ ਸਟਾਰਟ ਕਰਦੇ ਹੋ ਨਾ, ਉਹ ਪਹਿਲੀ ਸਟੇਜ ਇਹ ਮੰਗਦੇ ਨੇ ਕਿ ਤੁਹਾਡੀ ਇਨਕਮ ਘੱਟੀ ਹੈ, ਕਿੰਨੇ ਪਰਸੈਂਟ ਤੁਸੀਂ ਨਾਨ ਪ੍ਰੋਫਿਟ ਹੈ ਕਿ ਪ੍ਰੋਫਿਟੇਬਲ ਹੈ, ਜੇ ਨਾਨ ਪ੍ਰੋਫਿਟ ਹੈ ਤੇ ਕਿੰਨੇ ਪਰਸੈਂਟ ਘੱਟੀ ਹੈ ਉਹ ਡਿਕਲੇਅਰ ਕਰੋ, ਜੇ ਨਾਨ ਪ੍ਰੋਫਿਟ ਨਹੀਂ ਹੈ, ਠੀਕ ਹੈ, ਨਾਰਮਲ ਹੈ, ਜਿਹੜੀ ਪ੍ਰੋਫਿਟੇਬਲ ਹੁੰਦੀ ਹੈ ਬਿਜ਼ਨਸ, ਉਹਦੀ 30% ਘੱਟੀ ਹੈ, ਤੁਸੀਂ ਉਹ ਕਲਿੱਕ ਕਰਦੇ ਹੋ। ਉਸ ਤੋਂ ਬਾਅਦ ਤੁਹਾਡੀ ਆਇਡੈਂਟੀਟੀ ਪ੍ਰੂਫ ਤੇ ਜਾਂਦਾ, ਔਰ 3 ਸਟੇजेस ਬਣਾਏ, ਪਹਿਲਾ ਪ੍ਰੂਫ ਹੈ ਹੋ ਗਿਆ, ਦੂਜਾ ਪ੍ਰੂਫ ਉਹ ਮੰਗਦੇ ਹਨ ਆਇਡੈਂਟੀਟੀ, ਤੁਹਾਡਾ TFN ਨੰਬਰ ਕੀ ਹੈ, ਤੁਹਾਡੀ ਡਿਟੇਲ ਕੀ ਤੁਸੀਂ ਬਿਜ਼ਨਸ ਪਾਰਟਿਸਿਪੇਂਟ ਹੋ, ਕਿਆ ਤੁਹਾਡਾ ਬਿਜ਼ਨਸ, ਤੀਜੀ ਚੀਜ਼ ਹੈ ਡਿਕਲੇਰੇਸ਼ਨ ਕਿ ਕਿੰਨੀ ਇਨਕਮ
ਮਈ ਵਿੱਚ ਕਮਾਈ, ਕਿੰਨੀ ਇਨਕਮ ਜੂਨ ਵਿੱਚ ਕਮਾਈ, ਮਤਲਬ ਉਹਨਾਂ ਨੇ ਕਿਤੇ ਵੀ ਇਹ ਕੁਐਸਚਨ ਨਹੀਂ ਰੱਖਿਆ ਕਿ ਆ ਸਿਟੀਜ਼ਨ ਹੈਗੇ ਹੋ ਜਾਂ ਨਹੀਂ ਹੈਗੇ ਹੋ। ਬਟ ਉਹਨਾਂ ਨੇ ਸਟਾਰਟਿੰਗ ਵਿੱਚ ਹੀ ਕਲੀਅਰਲੀ ਕਹਿਤਾ ਸੀ ਕਿ ਟਰਮਸ ਐਂਡ ਕੰਡੀਸ਼ਨਸ ਦੇ ਵਿੱਚ ਸਿਰਫ। ਹਾਂ, ਹੁਣ ਤੁਹਾਡਾ ਦੂਜਾ ਜਵਾਬ ਕਿ ਰੈਜ਼ੀਡੈਂਟ ਫॉर ਟੈਕਸ ਪਰਪਸ। resident for tax purpose it means we are only resident for tax purpose, student भी हो सकता है, PR भी हो सकता है, that's what I'm saying, PR भी हो सकता है। confusion at that place कि student may be ਤੁਸੀਂ I do not know कि ਕਿੰਨਾ ਨੇ ਅਪਲਾਈ ਕੀਤਾ, ਤੁਸੀਂ ਸਿਰਫ ਐਗਜ਼ਾਮਪਲ ਦਿੱਤੀ ਤੇ ਮੈਂ ਤੁਹਾਨੂੰ ਇੰਟਰਰਪਟ ਕੀਤਾ ਬਿਕਾਜ਼ ਜਦੋਂ ਮੈਂ ਵੀ ਸਟੂਡੈਂਟ ਸੀ ਤੇ ਇੱਕ ਚੀਜ਼ ਦਿਮਾਗ 'ਚ ਆਉਂਦੀ ਸੀ ਕਿ I'm not a PR but I am a resident for tax purpose, so there was a confusion between these two। so ਹੋ ਸਕਦਾ ਕਿਸੇ ਨੇ ਜਾਣਬੁੱਝ ਕੇ ਇਹ ਵੀ ਦੇਖਣ ਲਈ ਕਰਤਾ ਹੋਵੇ ਕਿ ਚਲ ਕਰਕੇ ਦੇਖ ਲਈਏ, ਹੋ ਸਕਦਾ ਕਿਸੇ ਨੂੰ ਕਨਫਿਊਜ਼ਨ ਵੀ ਆਈ ਹੋਵੇ, ਜਾਂ ਹੋ ਸਕਦਾ ਕਿਸੇ ਨੇ ਜਿਵੇਂ ਅਸੀਂ ਕਿਹਾ ਕਿ ਤੂੰ ਕਰਤਾ ਚਲ ਮੈਂ ਵੀ ਕਰ ਲੈਣਾ, ਯੂ نو ਐਦਾਂ ਵੀ ਹੁੰਦਾ ਸਾਡਿਆਂ ਦੇ ਵਿੱਚ। ਬਟ ਮੈਂ ਇਹ ਗੱਲ ਕੱਟੂੰਗਾ ਕਿ ਕਈ ਉਹਨਾਂ ਨੇ ਜਦੋਂ TFN ਪਾਉਂਦੇ ਆ ਨਾ ਤੇ ਇਹ ਨਹੀਂ ਕਿ ਹਰ ਕਿਸੇ ਨੂੰ ਦੇ ਦਿੱਤਾ, ਆਊਟ ਆਫ 10% ਵਿੱਚ ਸਮਝ ਲਓ 10 ਬੰਦਿਆਂ ਵਿੱਚੋਂ ਇੱਕ ਬੰਦੇ ਨੂੰ ਗਲਤੀ ਨਾਲ ਆਏ। ਠੀਕ ਹੈ, ਤੇ ਫਿਰ ਜਦੋਂ ਅਗਰ ਗਲਤੀ ਨਾਲ ਆਇਆ ਤੇ ਗਵਰਨਮੈਂਟ ਕਿਸ ਤਰ੍ਹਾਂ ਕਹਿ ਰਹੀ ਹੈ ਕਿ ਉਹਨੇ TR ਵਾਲਿਆਂ ਨੂੰ ਵੀ ਦਿੱਤਾ? ਕਿਉਂਕਿ ਉਹਦੀ ਕ੍ਰਾਈਟੇਰੀਆ ਮੈਟ ਨਹੀਂ ਨਾ ਕੀਤਾ ਉਹਨੇ। ਕ੍ਰਾਈਟੇਰੀਆ ਮੈਟ ਨਹੀਂ ਕਰੋਗੇ, ਕ੍ਰਾਈਟੇਰੀਆ ਇੱਕ ਐਲੀਜੀਬਿਲਟੀ ਬਣੀ ਹੈ। ਹੁਣ 9 ਬੰਦੇ ਜੇ ਸਪੋਜ਼ ਕਰੋ ਤੁਸੀਂ ਵੀ ਸਟੂਡੈਂਟ ਹੋ ਮੈਂ ਵੀ ਸਟੂਡੈਂਟ ਆ, ਹੁਣ ਗਲਤੀ ਨਾਲ ਅਸੀਂ ਸੋਚਿਆ ਕਿ ਅਪਲਾਈ ਕਰਤਾ, ਹੁਣ ਤੁਹਾਡਾ ਜਦੋਂ ਲਾਸਟ ਸਟੇਜ ਹੋਏਗਾ ਤੁਸੀਂ ਸਬਮਿਟ ਕਰੋਗੇ ਉਸੇ ਸਮੇਂ ਇਨਐਲੀਜੀਬਿਲਟੀ ਨਹੀਂ ਤੇ ਇਨਰੋਲ ਵੀ ਨਹੀਂ ਹੋਣ ਦੇਗਾ। ਠੀਕ ਹੈ, ਤੇ ਕਈ ਵਾਰੀ ਉਹ ਇਨਰੋਲ ਕਰਨ ਦਿੰਦਾ ਤੇ ਕਈ ਬੱਚੇ ਗਲਤੀ ਕਰ ਮੈਂ ਕਹਿ ਰਹੀ ਕਿ ਇਨਰੋਲ ਹੀ ਨਹੀਂ ਹੋਣ ਦਿੱਤਾ ਤੇ ਕਿਸ ਤਰੀਕੇ ਨਾਲ ਉਹਨਾਂ ਨਹੀਂ ਕਈਆਂ ਨੂੰ ਕਰਨ ਦਿੱਤਾ। ਇਹੀ ਤਾਂ ਕੁਐਸਚਨ ਸੀਗਾ ਕਿ ਇਹ ਕਿਸ ਤਰ੍ਹਾਂ ਪੋਸੀਬਲ ਹੋ ਸਕਦਾ ਹੈ ਕਿਸੇ ਨੂੰ ਇਨਰੋਲ ਕਰਨ ਦਿੱਤਾ ਤੇ ਇਨਰੋਲ ਕਿਉਂਕਿ ਦੇਖੋ ਕੋਵਿਡ ਚੱਲ ਰਿਹਾ ਸੀ, ਉਹਨਾਂ ਨੇ ਵੀ ਉਹਨਾਂ ਵਾਸਤੇ ਵੀ ਨਵੀਂ ਚੀਜ਼ ਸੀ ATO ਵਾਸਤੇ ਵੀ। ਮੈਂ ਨਹੀਂ ਕਹੂੰਗਾ ਕਿ ਉਹਨਾਂ ਵਾਸਤੇ ਕੋਈ ਰੈਗੂਲਰ ਚੀਜ਼ ਸੀ ਕਿ ਉਹਨਾਂ ਨੇ ਉਹ ਬਹੁਤ ਵੱਡਾ ਸਿਸਟਮ ਡਿਵੈਲਪ ਉਹਨਾਂ ਨੇ ਠੀਕ ਹੈ ਉਹਨਾਂ ਵਾਸਤੇ ਇੱਕ ਨਵਾਂ ਸਿਸਟਮ ਸੀ ਕਿਉਂਕਿ ਇਹ ਟੈਂਪਰੇਰੀ ਸਿਸਟਮ ਹੈ। ਇਟਸ ਓਨਲੀ ਅ ਟੈਂਪਰੇਰੀ ਸਪੋਰਟ ਜਿਹੜੀ ਗਵਰਨਮੈਂਟ ਕਰ ਰਹੀ ਹੈ 6 ਮਹੀਨੇ ਦੀ, ਉਹਦੇ ਵਾਸਤੇ ਇੱਕ ਵੱਡਾ ਸਿਸਟਮ ਡਿਵੈਲਪ ਕਰਕੇ ਉਹ ਨਹੀਂ ਕਰ ਸਕਦੇ ਟੂ ਬੀ ਓਨੈਸਟ। ਠੀਕ ਹੈ ਨਾ, ਉਹ ਉਹਨਾਂ ਨੇ ਕ੍ਰਾਈਟੇਰੀਆ ਪਹਿਲੇ ਹੀ ਦੱਸਦਾ ਸੀ, ਸਾਨੂੰ ਉਹ ਫੋਲੋ ਕਰਨਾ ਚਾਹੀਦਾ ਸੀ ਤੇ ਕਈਆਂ ਨੇ ਚਲੋ ਨਹੀਂ ਕੀਤਾ। ਬਟ ਮੈਂ ਕਹੂੰਗਾ ਕਿ ਫੋਲੋ ਕਰੋ ਤੇ ਫੋਲੋ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਫੋਲੋ ਨਹੀਂ ਕਰਦੇ ਤੇ ਉਹਦੇ ਕੌਨਸੀਕੁਐਂਸਿਸ ਹੋ ਸਕਦਾ ਕਿ ਆ ਜਾਣ। ਹੁਣ ਸੁਪਰ ਦੀ ਗੱਲ ਕਰਦੇ ਆ, ਮੋਸਟਲੀ ਸੁਪਰ ਚਲੋ ਜੌਬ ਕੀਪਰ ਤੇ ਅਕਾਊਂਟੈਂਟ ਵੀ ਹੈਲਪ ਕਰਦਾ, ਸੁਪਰ ਵਾਸਤੇ ਤੇ ਸਿਰਫ ਮਾਈਗਵ ਆਪਸ਼ਨ ਹੈ। ਠੀਕ ਹੈ, ਅਰਲੀ ਐਕਸੈਸ ਸੁਪਰ ਵਾਸਤੇ। ਠੀਕ ਹੈ, ਤੇ ਅਰਲੀ ਐਕਸੈਸ ਸੁਪਰ ਵਾਸਤੇ ਤੇ ਟਿਕ ਹੀ ਸੀ, ਟਿਕ ਸੀ ਕਿ ਆਰ ਯੂ ਸਟੂਡੈਂਟ ਹੋ PR ਹੋ, ਟਿਕ ਕਰੋ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਸਟੈਪ ਤੇ ਜਾਏਗਾ ਕਿਸ ਬੇਸਿਸ ਤੇ ਤੁਸੀਂ ਕਰ ਰਹੇ ਹੋ, ਤੁਸੀਂ ਤੁਹਾਡੀ 20% ਇਨਕਮ ਘਟੀ ਹੈ, ਤੁਹਾਡੇ ਵਰਕਿੰਗ ਆਵਰਸ ਘਟੇ ਆ, ਲੋਕਾਂ ਨੇ ਟਿਕ ਕੀਤਾ। ਫਿਰ ਉਸ ਤੋਂ ਬਾਅਦ ਬੋਲੇਗਾ ਕਿੰਨੀ ਕਢਾਉਣਾ ਚਾਹੁੰਦੇ ਹੋ ਰਿਲੀਜ਼, ਫਿਰ ਉਹਨਾਂ ਨੇ ਪਾਇਆ, ਫਿਰ ਸਬਮਿਟ ਕੀਤਾ। ਹੁਣ ਉਹ ਸਬਮਿਟ ਕਰਨ ਤੋਂ ਬਾਅਦ ਡਾਇਰੈਕਟਲੀ ਕੁਝ ਹੋ ਨਹੀਂ ਰਿਹਾ ਸੀ, ਪਹਿਲੇ ਸਿੱਧਾ ਅਪਰੂਵ ਦੀ ਲੈਟਰ ਆਂਦੀ ਸੀ ATO ਵੱਲੋਂ ਜਾਂ ਨਹੀਂ ਤੇ ਮੈਸੇਜ ਆ ਜਾਂਦਾ ਸੀ ਅਪਰੂਵ ਦਾ ਕਿ ਅਪਰੂਵਡ ਹੋ ਗਿਆ, ਤੁਹਾਡਾ 5 ਦਿਨ ਬਾਅਦ ਸੁਪਰ ਆ ਜਾਏਗਾ। ਠੀਕ ਹੈ, ਹੁਣ ਸਭ ਨੂੰ ਹੁਣ ਦੇਖੋ ਇੱਕ ਬੰਦਾ ਕੀਤਾ ਕਿਸੇ ਨੇ, ਉਹ ਕਹਿੰਦਾ ਯਾਰ ਮੇਰੇ ਕੋਲ ਕੁਝ ਨਹੀਂ ਮੰਗਿਆ, ਯਾਰ ਤੂੰ ਵੀ ਕਰ ਲੈ। ਹੁਣ ਇਹ ਕਰਦੇ ਕਈਆਂ ਨੇ ਕਰ ਦਿੱਤਾ, ਪ੍ਰੋਬਲਮ ਹੈ। ਠੀਕ ਹੈ, ਹੁਣ ਇਹ ਚੀਜ਼ ਹੋਈ ਹੈ ਟੂ ਬੀ ਓਨੈਸਟ। ਤੇ ਹੁਣ ਕਈ ਵਾਰੀ ਕਲਾਇੰਟ ਕਾਲ ਕਰਕੇ ਪੁੱਛਦਾ ਹੈ ਜਾਂ ਕੁਝ ਵੀ ਹੈ, ਉਹ ਪੁੱਛਦਾ ਯਾਰ ਮੈਨੂੰ ਹੁਣ ਪੈਨਲਟੀ ਨਹੀਂ ਪਏਗੀ ਕਿ ਮੈਨੂੰ ਕੁਝ ਪੁੱਛ। ਦੇਖੋ ਉਹਨਾਂ ਨੇ ਕਲੀਅਰਲੀ ਕਿਹਾ ਕਿ ਅਸੀਂ ਆਡਿਟ ਕਰ ਸਕਦੇ ਹਾਂ, ਸਾਡਾ ਇੱਕ ਕ੍ਰਾਈਟੇਰੀਆ ਤੁਸੀਂ ਮੈਟ ਕਰੋ, ਜੇ ਮੈਟ ਕਰਦੇ ਹੋ ਯੂ ਡੋਨਟ ਨੀਡ ਟੂ ਵਰੀ, ਤੁਸੀਂ ਲਓ ਪੈਸੇ ਸਾਡੇ ਕੋਲ। ਜੇ ਤੁਹਾਡੀ ਫਾਈਨੈਂਸ਼ੀਅਲ ਡਿਫਿਕਲਟੀ ਆਈ ਹੈ ਤੁਸੀਂ ਲਓ, ਪਰ ਨਹੀਂ ਆਈ ਹੈ ਤੇ ਨਾ ਲਓ। ਜੇਕਰ ਤੁਸੀਂ ਆਸਟ੍ਰੇਲੀਆ ਵਿੱਚ ਟੈਕਸ ਦੀ ਸਹੀ ਜਾਣਕਾਰੀ ਚਾਹੁੰਦੇ ਹੋ ਤਾਂ MSS ਟੈਕਸ ਸਰਵਿਸ ਦੇ ਰਜਿਸਟਰਡ ਟੈਕਸ ਏਜੰਟ ਮਨਪ੍ਰੀਤ ਸਿੰਘ ਜੀ ਕਰ ਸਕਦੇ ਹਨ ਤੁਹਾਡੀ ਮਦਦ। MSS ਟੈਕਸ ਸਰਵਿਸ ਪ੍ਰੋਵਾਈਡ ਕਰਦੇ ਹਨ ਤੁਹਾਨੂੰ ਸਭ ਤੋਂ ਵਧੀਆ ਅਤੇ ਅਫੋਰਡੇਬਲ ਸਰਵਿਸ ਇਨਕਮ ਟੈਕਸ ਪ੍ਰੈਪਰੇਸ਼ਨ। ਸੰਪਰਕ ਕਰੋ MSS ਟੈਕਸ ਸਰਵਿਸ ਦੇ ਆਫਿਸ ਵਿੱਚ। MSS ਟੈਕਸ ਸਰਵਿਸ ਦੇ ਆਫਿਸ ਤੁਹਾਡੀ ਸਹੂਲਤ ਲਈ ਨੋਬਲ ਪਾਰਕ, ਮੋਰਡੀਆਲੋਕ ਅਤੇ ਐਪਿੰਗ ਵਿੱਚ ਸਥਿਤ ਹਨ। ਫੋਨ ਨੰਬਰ 0431457638। ਕਿਉਂਕਿ ਉਹ ਪ੍ਰੂਫ ਕਰਨਾ, ਕਿਉਂਕਿ ਤੁਸੀਂ ਬੈਂਕ ਸਟੇਟਮੈਂਟ ਦੋਗੇ ਪ੍ਰੂਫ ਕਰਨ ਵਾਸਤੇ,
ਕੁਝ ਤੇ ਪ੍ਰੂਫ ਦੋਗੇ, ਨਹੀਂ ਤੇ ਇੱਕ ਹੁੰਦੀ ਹੈ ਕਿ ਤੁਸੀਂ ਆਪਣੀ ਗਵਰਨਮੈਂਟ ਜਿਹੜੀ ਜੌਬ ਕਰ ਰਹੇ ਹੋ ਉਹ ਤੁਹਾਡੀ ਜੌਬ ਰਿਡੰਡੈਂਸੀ ਤੇ ਚਲੀ ਗਈ ਹੈ, ਕੁਝ ਤੇ ਪ੍ਰੂਫ ਹੋਏਗਾ। ਜੇ ਪ੍ਰੂਫ ਨਹੀਂ ਹੈ, ਮੇਰੀ ਐਡਵਾਈਸ ਹੈ ਨਾ ਕਰੋ। ਨਹੀਂ, ਇਹ ਚੀਜ਼ ਤੁਸੀਂ ਬਿਲਕੁਲ ਸਹੀ ਕਹੀ ਹੈ। ਸਟਾਰਟਿੰਗ 'ਚ ਵੀ ਗਵਰਨਮੈਂਟ ਨੇ ਆਪਣੇ ਕਿਹਾ ਸੀਗਾ ਕਿ ਪਲੀਜ਼ ਉਹੀ ਅਪਲਾਈ ਕਰਨ ਜਿਨ੍ਹਾਂ ਨੂੰ ਵਾਕਈ ਪ੍ਰੋਬਲਮਸ ਆਈਆਂ ਨੇ ਜੈਨੂਇਨਲੀ, ਲੇਕਿਨ ਇਹ ਵੀ ਗੱਲ ਬਿਲਕੁਲ ਸਹੀ ਹੈ ਕਿ ਉਹਨਾਂ ਨੇ ਥੋੜਾ ਲੀਨੀਅੰਸੀ ਵਰਤੀ ਸੀ। ਉਹਨਾਂ ਨੇ ਬਹੁਤ ਜ਼ਿਆਦਾ ਢਿੱਲ ਵਰਤ ਦਿੱਤੀ ਸੀ ਕਿ ਜਿਨ੍ਹਾਂ ਨੂੰ ਪੈਸਿਆਂ ਦੀ ਪ੍ਰੋਬਲਮ ਆ ਰਹੀ ਹੈ ਉਹਨਾਂ ਨੂੰ ਹੋਰ ਜ਼ਿਆਦਾ ਕਾਗਜ਼ਾਂ ਦੇ ਵਿੱਚ ਨਾ ਉਲਝ ਕੇ ਸਿੱਧਾ ਪੈਸਾ ਅਪਰੂਵ ਹੋ ਜਾਵੇ। ਇਹ ਵੀ ਗੱਲ ਬਿਲਕੁਲ ਸਹੀ ਹੈ, ਲੇਕਿਨ ਉਹਦੇ ਆੜ ਦੇ ਵਿੱਚ ਬਹੁਤ ਸਾਰੇ ਉਹਨਾਂ ਨੇ ਵੀ ਅਪਲਾਈ ਕੀਤਾ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਸੀ। ਇਹ ਵੀ ਗੱਲ ਸਹੀ ਹੈ ਤੇ ਇਹ ਤਾਂ ਸਟਾਰਟਿੰਗ ਤੋਂ ਹੀ ਪਤਾ ਸੀਗਾ ਕਿ ਜਦੋਂ ਐਟ ਦੀ ਐਂਡ ਆਫ ਦ ਟੈਕਸ ਇਹ ਆਉਣਾ ਫਾਈਨੈਂਸ਼ੀਅਲ ਈਅਰ, ਉਹਨਾਂ ਨੂੰ ਜਦੋਂ ਪ੍ਰੋਪਰ ਜਾਣੇ ਆ ਤੇ ਉਹਨਾਂ ਨੇ ਪ੍ਰੋਪਰ ਆਡਿਟ ਕਰਨਾ ਹੀ ਹੈ ਕਿ ਕਿੰਨਾ ਨੂੰ ਗਿਆ ਹੈ ਔਰ ਕਿੰਨਾ ਨੂੰ ਨਹੀਂ ਗਿਆ ਹੈ, ਇਹ ਵੀ ਪਤਾ ਹੀ ਹੈ। ਲੇਕਿਨ ਹੁਣ ਕੁਐਸਚਨ ਇਹ ਆ ਜਾਂਦਾ ਹੈ ਕਿ ਜਿਨ੍ਹਾਂ ਨੇ ਗਲਤੀ ਨਾਲ ਕਢਵਾ ਲਿੱਤੇ ਨੇ ਹੁਣ ਉਹ ਕੀ ਕਰਨਗੇ। ਦੇਖੋ ਪੈਨਲਟੀ ਤੇ 12,500 ਦੀ ਹੈ। 12,500 ਤਾਂ ਬਹੁਤ ਜ਼ਿਆਦਾ ਹੈ ਬਈ। ਠੀਕ ਹੈ, 12,500 ਦੀ ਪੈਨਲਟੀ ਹੈ। ਹੁਣ ਦੇਣ ਵਾਲਾ ਵੀ ਸੋਚੇਗਾ ਯਾਰ ਮੈਂ ਹੁਣ ਕਲਿੱਕ ਕਰਕੇ ਬੈਠਾ, ਕਿਉਂਕਿ ਮਾਈਗਵ ਤੇ ਤੁਸੀਂ ਖੁਦ ਹੀ ਕਲਿੱਕ ਕੀਤਾ। ਠੀਕ ਹੈ, ਭਾਵੇਂ ਤੁਸੀਂ ਕਹਿ ਸਕਦੇ ਹੋ ਕਿ ਅਕਾਊਂਟੈਂਟ ਕੋ ਗਏ ਹੋਗੇ ਪੁੱਛਣ ਵਾਸਤੇ ਕੁਝ ਕਰਨ ਵਾਸਤੇ, ਪਰ ਤੁਸੀਂ ਅਪਲਾਈ ਖੁਦ ਕੀਤਾ ਸਬਮਿਟ, ਉਹਨੇ ਤੁਹਾਡੀ ਅਸਿਸਟੈਂਟ ਕਰਾਈ ਹੋਏਗੀ ਪਰ ਅਪਲਾਈ ਕੀਤਾ। ਹੁਣ ਗਵਰਨਮੈਂਟ ਪੁੱਛ ਸਕਦੀ ਹੈ, ਹੋ ਸਕਦਾ ਨਾ ਪੁੱਛੇ, ਪੁੱਛ ਵੀ ਸਕਦੀ ਹੈ। ਠੀਕ ਹੈ, ਜਦ ਪੁੱਛੇਗੀ ਤੇ ਉਹ ਤੁਹਾਡੇ ਕੋਲ ਡਾਕੂਮੈਂਟੇਸ਼ਨ ਵਿੱਚ ਪ੍ਰੂਫ ਮੰਗੇਗੀ ਕਿ ਤੁਸੀਂ ਕਿਸ ਸਿਨੈਰੀਓ ਤੇ ਕੀਤਾ। ਜੇ ਸਿਨੈਰੀਓ ਬੈਂਕ ਸਟੇਟਮੈਂਟ ਦੇ ਕੇ ਤੁਸੀਂ ਪ੍ਰੂਫ ਕਰ ਸਕਦੇ ਹੋ ਕਿ ਪਹਿਲੇ ਮੇਰੀ ਇੰਨੀ ਇਨਕਮ ਆ ਰਹੀ ਸੀ, ਹੁਣ ਤੁਸੀਂ ਕੰਪੇਅਰ ਕਰੋ ਮੇਰੀ ਇੰਨੀ ਇਨਕਮ ਆ ਰਹੀ ਹੈ। ਠੀਕ ਹੈ, ਜੇ ਅਗਰ ਉਹ ਦੋਨਾਂ ਦੀ ਇਨਕਮ ਵਿੱਚ 20% ਦਾ ਵੀ ਗੈਪ ਹੈ ਜਾਂ ਉਹ ਕਿਸੇ ਵੀ ਐਲੀਜੀਬਿਲਟੀ ਨੂੰ ਮੈਟ ਕਰ ਰਹੇ ਹਨ, ਫਿਰ ਤੇ ਡਰਨ ਦੀ ਲੋੜ ਨਹੀਂ ਹੈ। ਜੇ ਅਗਰ ਨਹੀਂ ਕਰ ਰਹੇ ਤੇ ਜੇ ਅਗਰ ਆਡਿਟ ਆ ਗਿਆ ਰੈਂਡਮਲੀ ਤੇ ਫਿਰ ਤੇ 10 ਤੇ ਜਾਣਾ ਹੀ ਜਾਣਾ ਤੇ 12.5 ਵੀ ਜਿਹੜਾ ਵੱਖਰਾ ਜਾਣਾ ਉਹਦੀ ਫਿਰ ਕਿਸ਼ਤਾਂ ਬਣਾਉਣੀਆਂ ਪੈਣੀਆਂ। ਮੈਂ ਤੇ ਇਹੀ ਕਹੂੰਗਾ ਕਿ ਨਾ ਕੀਤਾ ਜਾਵੇ ਤੇ ਬੈਟਰ ਹੈ। ਜੇ ਅਗਰ ਨਹੀਂ ਐਲੀਜੀਬਲ ਹੈ ਤਾਂ ਫਿਰ ਮੈਂ ਹੀ ਕਹਾਂਗੀ ਕਿ ਇੱਕ ਵਾਰ ਆਪਣੇ ਅਕਾਊਂਟੈਂਟ ਤੋਂ, ਮਨਪ੍ਰੀਤ ਜੀ ਅਗੇਨ ਬੈਠੇ ਹੋਏ ਨੇ, ਹਮੇਸ਼ਾ ਕਹਿੰਦੇ ਨੇ ਕਿ ਫੋਨ ਕਾਲ ਕਰੋ, ਪਹਿਲੀ ਸਲਾਹ ਦੇ ਕੋਈ ਵੀ ਚਾਰਜ ਨਹੀਂ ਕਰਦੇ, ਫੋਨ ਕਾਲ ਦੇ ਉੱਤੇ ਵੀ ਤੁਹਾਨੂੰ ਚਾਰਜ ਨਹੀਂ ਕਰਨਗੇ। ਪਲੀਜ਼ ਇਹਨਾਂ ਦਾ ਨੰਬਰ ਥੱਲੇ ਦਿੱਤਾ ਹੋਇਆ ਹੈ, ਇੱਕ ਵਾਰ ਕਾਲ ਕਰਕੇ ਪੁੱਛ ਲਓ। ਕੋਈ ਵੀ ਸਵਾਲ ਹੋਏਗਾ ਜੋ ਤੁਹਾਨੂੰ ਜਵਾਬ ਜ਼ਰੂਰ ਮਿਲੇਗਾ, ਜਾਂ ਤੁਸੀਂ ਆਪਣੇ ਸਵਾਲ ਸਾਨੂੰ ਵੀ ਡਾਇਰੈਕਟ ਵੀ ਭੇਜ ਸਕਦੇ ਹੋ। ਮੈਂ ਕਹਿੰਦਾ ਕਿ ਮੇਰੀ ਆਦਤ ਸੀ, ਮੈਂ ਬਚਪਨ ਵਿੱਚ ਨਾ ਜਦੋਂ ਦੋ ਤਿੰਨ ਜਾਣੇ ਕੋਈ ਸਲਾਹ ਲੈਂਦਾ ਸੀ, ਡਿਸੀਜਨ ਮੈਂ ਆਪ ਹੀ ਲੈਂਦਾ ਸੀ ਤੇ ਮੈਂ ਆਪਣੇ ਮੰਮੀ ਪਾਪਾ ਕੋਲ ਵੀ ਲੈਂਦਾ ਸੀ, ਆਪਣੇ ਟੀਚਰ ਕੋਲ ਵੀ ਲੈਂਦਾ ਸੀ, ਕਿਉਂਕਿ ਸਲਾਹ ਲੈਣ ਨਾਲ ਕੁਝ ਤੁਹਾਡਾ ਵਿਗੜ ਨਹੀਂ ਚੱਲਦਾ। ਠੀਕ ਹੈ, ਕਿਉਂਕਿ ਜੇ ਤੁਸੀਂ ਕਾਲ ਕਰਕੇ ਆਮ ਜਸਟ ਵਨ ਕਾਲ ਬਿਹਾਈਂਡ, ਤੁਸੀਂ ਕਾਲ ਕਰੋਗੇ, ਇਹ ਨਹੀਂ ਕਹਿ ਰਿਹਾ ਕਿ ਮੇਰੇ ਨਾਲ ਜੁੜ ਜਾਓ ਜਾਂ ਤੁਹਾਨੂੰ ਲੱਗੇ ਯਾਰ ਕਿ ਬੰਦਾ ਜੈਨੂਇਨ ਗੱਲ ਨਹੀਂ ਕਰ ਰਿਹਾ, ਵੀ ਗੱਲ ਕਰਨ ਵਿੱਚ ਕੋਈ ਹਰਜ ਨਹੀਂ ਹੈ। ਮੈਨੂੰ ਲੱਗਦਾ ਕਿ ਗੱਲ ਕਰਕੇ ਬੰਦੇ ਨੂੰ ਸ਼ਾਇਦ ਐਕਸਪੀਰੀਅੰਸ ਸ਼ੇਅਰ ਹੋ ਜਾਂਦਾ, ਮੈਨੂੰ ਵੀ ਸਿੱਖਣ ਨੂੰ ਮਿਲੂਗਾ, ਸ਼ਾਇਦ ਮੈਨੂੰ ਨਾ ਪਤਾ ਹੋਵੇ ਕੋਈ ਗੱਲ, ਮੈਨੂੰ ਵੀ ਸਿੱਖਣ ਨੂੰ ਮਿਲੂਗਾ, ਉਹਨਾਂ ਨੂੰ ਵੀ ਇਨਫੋਰਮੇਸ਼ਨ ਦੇ ਪਾਊਂਗਾ ਮੈਂ। ਨਹੀਂ ਯਾਰ, ਬਹੁਤ ਸੋਹਣੀ ਗੱਲ ਕਹੀ ਤੁਸੀਂ, ਵਾਕਈ ਬੜੀ। ਮੈਂ ਤਾਂ ਕਹੂੰਗਾ ਕਿ ਜ਼ਰੂਰ ਪੁੱਛੋ, ਪੁੱਛਣ ਵਿੱਚ ਕੋਈ ਹਰਜ ਨਹੀਂ। ਅੱਛਾ, ਤੇ ਹੁਣ ਗੱਲ ਕਰੀਏ ਜੌਬ ਕੀਪਰ ਤੋਂ ਹਟ ਕੇ ਕਿ ਅੱਜ ਦੇ ਦਿਨ ਮੇਰੇ ਖਿਆਲ ਮੋਰ ਦੈਨ 90% ਲੋਕੀ ਜਿਹੜੇ ਨੇ ਆਪਣੇ ਆਫਿਸਿਸ ਤੋਂ ਛੱਡ ਕੇ ਘਰ ਕੰਮ ਕਰ ਰਹੇ ਨੇ। ਘਰ ਉਹਨਾਂ ਨੇ ਬਹੁਤ ਸਾਰੇ ਕੰਪਿਊਟਰਸ ਖਰੀਦੇ ਨੇ, ਬਹੁਤ ਸਾਰੇ ਕੀਤੇ ਨੇ। ਹੁਣ ਸਭਨਾਂ ਦਾ ਸਵਾਲ ਇਹ ਆਉਂਦਾ ਕਿ ਅਸੀਂ ਤਾਂ ਘਰੋਂ ਕੰਮ ਕਰ ਰਹੇ ਹਾਂ, ਇਲੈਕਟ੍ਰਿਸਿਟੀ, ਵਾਟਰ, ਐਵਰੀਥਿੰਗ ਅਸੀਂ ਯੂਜ਼ ਕਰ ਰਹੇ ਹਾਂ, ਕਿ ਸਾਨੂੰ ਗਵਰਨਮੈਂਟ ਸਾਨੂੰ ਕੋਈ ਸਹੂਲਤਾਂ ਦੇ ਰਹੀ ਹੈ? ATO ਸਾਨੂੰ ਕੁਝ ਦੇ ਰਿਹਾ? ਪਹਿਲੀ ਗੱਲ ਕਹੂੰਗਾ ਟੈਕਸ ਟਾਈਮ ਆ ਰਿਹਾ, ਟੈਕਸ ਟਾਈਮ ਆ ਰਿਹਾ 1 ਜੁਲਾਈ ਤੋਂ, ਕਿਉਂਕਿ ਹੁਣ ਲੋਕਾਂ ਨੂੰ ਪੈਸੇ ਦੀ ਵੀ ਜ਼ਰੂਰਤ ਹੈ, ਬਹੁਤ ਜ਼ਰੂਰਤ ਹੈ। ਠੀਕ ਹੈ, ਹਰ ਕੋਈ, ਮੈਨੂੰ ਪਹਿਲੇ ਇੰਨੇ ਕਲਾਇੰਟ ਦੇ ਕਾਲਸ ਨਹੀਂ ਆਉਂਦੇ ਸੀ ਬਿਫੋਰ 30 ਜੂਨ ਤੋਂ ਪਹਿਲੀ ਵਾਰੀ ਮੈਂ ਦੇਖਿਆ ਕਿ ਕਲਾਇੰਟ ਵੇਟ ਕਰ ਰਹੇ ਨੇ ਕਿ 1 ਜੁਲਾਈ ਆਏ ਤੇ ਅਸੀਂ ਲੌਂਚ ਕਰੀਏ ਤੇ ਪੈਸੇ ਆ। ਟਰੂ ਹੈ। ਤੇ ਔਰ ਇੱਕ ਚੀਜ਼, ਸੌਰੀ ਮੈਂ ਤੁਹਾਨੂੰ ਵੀ ਇੰਟਰਪਟ ਕਰਾਂਗੀ, ਦੂਸਰੀ ਚੀਜ਼ ਜਿਹੜੀ ਹੈ ਹੋ ਰਹੀ ਹੈ ਕਿ ਲਾਸਟ ਈਅਰ ਕੀ ਸੀਗਾ, ਗਵਰਨਮੈਂਟ ਨੇ ਮਾਈਗਵ ਇੰਟਰੋਡਿਊਸ ਕਰਿਆ ਸੀ, ਉਹਦੇ ਵਿੱਚ ਕਾਫੀ ਲੋਕਾਂ ਨੇ ਜਾ ਕੇ ਮਾਈਗਵ ਦੇ ਵਿੱਚ ਟਿਕ 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 ਕਰਕੇ ਆਪਣਾ ਭਰ ਲਿਆ ਸੀ। ਲੇਕਿਨ ਇਸ ਟਾਈਮ ਦੇ ਉੱਤੇ ਕਿਉਂਕਿ ਇੰਨੀਆਂ ਕੁ ਜ਼ਿਆਦਾ ਗਵਰਨਮੈਂਟ ਨੇ ਡਿਟੈਕਸ਼ਨਸ ਦਿੱਤੀਆਂ ਨੇ, ਇੰਨੀਆਂ ਕੁ ਜ਼ਿਆਦਾ ਸਾਨੂੰ ਟੈਕਸ ਦੇ ਵਿੱਚ ਸਹੂਲਤਾਂ ਦੇ ਰਹੇ ਨੇ ਕਿ ਮੇਰੇ ਖਿਆਲ ਨਾਲ ਸਭ ਕੋਈ ਨਾ ਕੋਈ ਅਕਾਊਂਟੈਂਟ ਲੱਭ ਰਹੇ ਹੋਣਗੇ ਕਿ ਇਸ ਟਾਈਮ ਦੇ ਉਹਨਾਂ ਕੋਲ ਲਿਸਟ ਨਹੀਂ ਹੈ। ਇਟਸ ਨਾਟ ਈਜ਼ੀ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇਸ ਟਾਈਮ ਤੇ ਐਸਾ ਬੰਦਾ ਹੋਵੇ, ਭਾਵੇਂ ਜੌਬ ਕਰ ਰਿਹਾ ਹੋਵੇ ਭਾਵੇਂ ਨਾ ਕਰ ਰਿਹਾ ਹੋਵੇ, ਜਿਹੜਾ ਕੋਵਿਡ ਕਰਕੇ ਅਫੈਕਟਡ ਨਹੀਂ ਹੋਇਆ। ਅਗਰ ਜੌਬ ਵੀ ਕਰ ਰਹੇ ਨੇ ਤੇ ਘਰੋਂ ਕੰਮ ਕਰ ਰਹੇ, ਉਹਨਾਂ ਨੂੰ ਵੱਖਰੀਆਂ ਡਿਟੈਕਸ਼ਨਸ ਹੋ ਸਕਦਾ ਹੋਣ। ਬਿਲਕੁਲ
ਠੀਕ ਹੈ, ਜਿਹੜੇ ਨਹੀਂ ਵੀ ਕਰ ਰਹੇ ਉਹਨਾਂ ਨੂੰ ਵੱਖਰੀਆਂ ਹੋਣਗੀਆਂ, ਬਿਜ਼ਨਸ ਕਰ ਰਹੇ ਤੇ ਤਾਂ ਉਹਨਾਂ ਨੂੰ ਫੈਕਟ ਹੈ, ਅਗਰ ਕੁਝ ਨਹੀਂ ਕਰ ਰਹੇ ਸੀ ਤਾਂ ਵੀ ਉਹਨਾਂ ਨੂੰ ਫੈਸਿਲਿਟੀਜ਼ ਆਈਆਂ। ਹੁਣ ਇਸ ਟਾਈਮ ਦੇ ਉੱਤੇ ਸਭ ਤੋਂ ਬੈਸਟ ਆਪਸ਼ਨ ਹੈਗੀ ਹੈ ਕਿ MyGov ਤੇ ਜਾਣ ਤੋਂ ਪਹਿਲਾਂ ਆਪਣੇ ਅਕਾਊਂਟੈਂਟ ਦੀ ਸਲਾਹ ਲਓ। ਹੋ ਸਕਦਾ ਹੈ ਕਿ ਜਿਹੜਾ ਟਿਕ 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 ਕਰਕੇ ਸਿਰਫ ਤੁਹਾਨੂੰ ਟੈਕਸ ਆਉਣਾ ਹੈ, ਅਗਰ ਤੁਸੀਂ ਅਕਾਊਂਟੈਂਟ ਕੋਲ ਜਾਓ ਤਾਂ ਹੋ ਸਕਦਾ ਤੁਹਾਡਾ ਟੈਕਸ ਬਚ ਜਾਵੇ, ਲੇਕਿਨ ਇੱਕ ਜੈਨੂਅਨ ਅਕਾਊਂਟੈਂਟ ਕੋਲ ਜਾਣਾ ਔਰ ਆਪਣੇ ਜੈਨੂਅਨਲੀ ਪਾਣਾ ਤਾਂ ਕਿ ਤੁਹਾਡਾ ਆਡਿਟ ਨਾ ਆਵੇ, ਇਹ ਗੱਲ ਜ਼ਰੂਰ ਯਾਦ ਰੱਖਣਾ। ਸੋ ਹੁਣ ਗੱਲ ਕਰੀਏ, ਸੌਰੀ ਮੈਂ ਤੁਹਾਨੂੰ ਇੰਟਰਪਟ ਕਰ ਰਹੀ ਹਾਂ ਬਾਰ-ਬਾਰ, ਹੁਣ ਗੱਲ ਕਰੀਏ ਕਿ ਘਰੋਂ ਕੰਮ ਕਰਨ ਦੀਆਂ ਵੀ ਕੁਝ ਬਿਲਕੁਲ ਜੀ ਫੈਸਿਲਿਟੀਜ਼। ਇੱਕ ਉਹਨਾਂ ਨੇ ਹੋਮ ਆਫਿਸ ਐਕਸਪੈਂਸ ਅਸੀਂ ਪਾਉਂਦੇ ਸੀ, ਠੀਕ ਹੈ, ਜਿਹੜਾ ਕੋਵਿਡ ਦੇ ਕਾਰਨ 1 ਮਾਰਚ ਤੋਂ 30 ਜੂਨ ਤੱਕ ਜਿਨ੍ਹਾਂ ਨੇ ਘਰੋਂ ਕੰਮ ਕੀਤਾ, ਠੀਕ ਹੈ, ਉਹਨੂੰ 80 ਸੈਂਟ ਉਹਦੀ ਫੈਸਿਲਿਟੀ ਮਿਲ ਰਹੀ ਹੈ ਕਿ ਪਰ ਆਵਰ ਦੇ ਜਿਹੜੇ ਹਿਸਾਬ ਨਾਲ ਅਸੀਂ ਪਹਿਲੇ ਕਲੇਮ ਕਰਦੇ ਸੀ 52 ਸੈਂਟਸ ਹੁੰਦਾ, ਹੁਣ 80 ਸੈਂਟ ਇਜ਼ ਅ ਬਿਗ, ਮਤਲਬ ਡਿਫਰੈਂਟ ਸੈਂਟਸ ਦਾ ਬਹੁਤ ਜ਼ਿਆਦਾ, ਠੀਕ ਹੈ। ਹੁਣ ਘਰ ਬੈਠੇ ਅਸੀਂ ਜੇਕਰ ਮੈਂ ਨਹੀਂ ਕਹੂੰਗਾ ਕਿ ਇਕੱਲੇ ਫੋਨ ਕਾਲ, ਮਤਲਬ ਤੁਸੀਂ ਕੰਮ ਪੂਰਾ ਆਫਿਸ ਤੋਂ ਕਰ ਰਹੇ ਹੋ ਤੇ ਫੋਨ ਕਾਲ ਘਰ ਉਹ ਨਹੀਂ ਕਾਊਂਟ ਕਰਦੇ, ਜਿਹੜੇ ਤੁਸੀਂ ਪ੍ਰੋਪਰਲੀ ਘਰ ਆਪਣਾ ਸੈਟਅਪ ਕਰ ਲਿਆ, ਘਰ ਤੋਂ ਕੰਮ ਕਰ ਰਹੇ ਹੋ, ਠੀਕ ਹੈ, ਤੁਹਾਡੇ 8 ਘੰਟੇ ਦੀ ਡਿਊਟੀ ਜਿਹੜੀ ਹੈ ਘਰੇ ਚੱਲਦੀ ਪਈ ਹੈ, ਫਿਰ ਕੀ ਹੋਏਗਾ, ਫੋਨ ਐਕਸਪੈਂਸ ਉਹਦਾ, ਇੰਟਰਨੈਟ ਦਾ ਐਕਸਪੈਂਸ, ਠੀਕ ਹੈ, ਉਹਨਾਂ ਦੀ ਜਿਹੜੀ ਡਿਕਲਾਈਨਿੰਗ ਵੈਲਿਊ ਕਹਿੰਦੇ ਫਰਨੀਚਰ ਤੇ ਇਕਵਿਪਮੈਂਟ ਦੀ, ਠੀਕ ਹੈ, ਇਲੈਕਟ੍ਰਿਸਿਟੀ, ਗੈਸ, ਹੀਟ, ਕੂਲਿੰਗ, ਲਾਈਟਿੰਗ ਸਭ ਕਵਰ ਹੋਏਗਾ। ਬਟ ਫਿਰ ਉਹੀ ਕਹੂੰਗਾ ਕਿ ਬਿਲਸ ਸਾਂਭ ਕੇ ਰੱਖੋ, 1 ਮਾਰਚ ਤੋਂ 30 ਜੂਨ ਦੇ ਵੱਖਰੇ ਤੇ ਪਹਿਲੇ ਵਾਲੇ ਜੇਕਰ ਘਰੋਂ ਕੰਮ ਕੀਤਾ ਪਹਿਲੇ ਵੀ ਆਵਰਸ ਲਈ ਉਹਦੇ ਵੱਖਰੇ। ਜੇਕਰ ਪ੍ਰੋਪਰਲੀ ਚੈਨਲਾਈਜ਼ ਕੀਤਾ ਜਾਵੇ ਤੇ ਇਹ ਡਿਡਕਸ਼ਨ ਬਹੁਤ ਸੋਹਣੀ ਹੈ, ਠੀਕ ਹੈ। ਔਰ ਇਹਨੂੰ ਪਾਉਣ ਵਾਸਤੇ ਇਹ ਉਹਨਾਂ ਦੀ ਸਾਈਡ ਤੇ ਲਿਖਿਆ, ਅਸੀਂ ਨਹੀਂ ਕਹਿ ਰਹੇ ਜਾਂ ਮੈਂ ਨਹੀਂ ਕਹਿ ਰਿਹਾ, ਇਹ ਤਰੀਕੇ ਨਾਲ ਪਾਇਆ ਜਾਵੇ ਅੱਛਾ ਰਿਫੰਡ ਆ ਸਕਦਾ। ਤੇ ਮੇਰੇ ਹਿਸਾਬ ਨਾਲ ਜੇਕਰ ਤਰੀਕੇ ਨਾਲ ਪ੍ਰੋਪਰ ਕੈਲਕੂਲੇਸ਼ਨਸ ਕੀਤੀਆਂ ਜਾਣ ਤੇ ਫਿਰ ਮੈਂ ਹੀ ਕਹਾਂਗੀ ਕਿ ਬਾਰ-ਬਾਰ ਇੱਕੋ ਹੀ ਚੀਜ਼ ਕਹਿ ਰਹੀ ਹਾਂ ਕਿ ਅੱਛੇ ਅਕਾਊਂਟੈਂਟ ਕੋਲੋਂ ਜਾਣਾ, ਆਪਣੇ ਕੋਲੋਂ ਕੈਲਕੂਲੇਸ਼ਨਸ, ਚਲੋ ਖੈਰ ਬਹੁਤ ਸਾਰੇ ਐਕਸਪਰਟਸ ਵੀ ਹੋ ਸਕਦੇ ਨੇ, ਮੈਂ ਨਹੀਂ ਕਹਿੰਦੀ, ਲੇਕਿਨ ਇੱਕ ਵਾਰ ਇੱਕ ਐਕਸਪਰਟ ਅਕਾਊਂਟੈਂਟ ਦੀ ਸਲਾਹ ਲੈ ਲੈਣੀ ਔਰ ਉਹਨਾਂ ਕੋਲ ਕੈਲਕੂਲੇਸ਼ਨਸ ਕਰਵਾਉਣ ਦੇ ਵਿੱਚ ਬਹੁਤ ਫਰਕ ਪੈਂਦਾ ਹੈ। ਇੱਕ ਮੈਂ ਐਕਸਪੈਂਸ ਬਹੁਤ ਪਪੂਲਰ ਹੋ ਰਿਹਾ, ਇਨਸਟੈਂਟ ਰਾਈਟ ਆਫ। ਇਨਸਟੈਂਟ ਅੱਜ ਦੀ ਡੇਟ ਵਿੱਚ ਤੁਸੀਂ ਫੇਸਬੁੱਕ ਖੋਲ ਲਓ, ਕੁਝ ਵੀ ਖੋਲ ਲਓ, ਅਕਾਊਂਟੈਂਟ ਦੀ ਵੈਬਸਾਈਟ ਤੇ ਖੋਲ ਲਓ, ਕੁਝ ਇਨਸਟੈਂਟ ਰਾਈਟ ਆਫ ਕੰਟੀਨਿਊਸਲੀ ਵੱਜ ਰਿਹਾ ਹੋਏਗਾ। ਕੀ ਹੈ, ਕਾਲਸ ਆ ਰਹੀਆਂ ਹੋਣਗੀਆਂ ਹਰ ਕਿਸੇ ਨੂੰ ਕਿ ਇਨਸਟੈਂਟ ਰਾਈਟ ਆਫ ਕੀ ਹੈ, ਇਨਸਟੈਂਟ ਰਾਈਟ ਆਫ ਕੀ ਹੈ। ਹੁਣ ਕੀ ਹੁੰਦਾ ਸੀ, ਅਸੀਂ ਗੱਡੀ ਖਰੀਦਦੇ ਸੀ, ਸਪੋਜ਼ ਕਰੋ ਮੈਂ ਪੂਰੇ ਸਾਲ $1,00,000 ਕਮਾਇਆ, ਮੇਰੇ ਨਾਰਮਲ ਐਕਸਪੈਂਸ ਐਜ਼ ਅ ABN, ਐਜ਼ ਅ ਮੈਂ ਬਿਜ਼ਨਸਮੈਨ $1,00,000 ਕਮਾਇਆ, $1,00,000 ਹੁੰਦੀ ਹੈ ਸੇਲ, ਕਮਾਇਆ ਨਹੀਂ, ਡਿਡਕਸ਼ਨ ਮੇਰੀਆਂ 30,000 ਹੋਈਆਂ, ਮੈਂ ਖਰਚੇ ਕੀਤੇ, ਰੈਂਟ ਦਿੱਤਾ ਜਾਂ ਛੋਟਾ ਬਿਜ਼ਨਸ ਮੈਂ ਕਾਊਂਟ ਕਰ ਰਿਹਾ, ਠੀਕ ਹੈ, 70,000 ਮੇਰਾ ਨੈਟ ਪ੍ਰੋਫਿਟ ਬਚ ਗਿਆ। ਹੁਣ ਇਹ 70,000 ਦਾ ਮੈਨੂੰ ਕੰਪਨੀ ਹੈ ਤੇ 27.5% ਟੈਕਸ ਲੱਗਣਾ। ਹੁਣ ਇਹ 70,000 ਦੇ ਨੈਟ ਪ੍ਰੋਫਿਟ ਨੂੰ ਮਤਲਬ ਕਹਿ ਲਓ ਕਿ ਖਤਮ ਕਰਨ ਵਾਸਤੇ ਜਾਂ ਇਹਨੂੰ ਘਟਾਉਣ ਵਾਸਤੇ ਕਿਹੜੀ ਡਿਡਕਸ਼ਨ ਪਾਈ ਜਾਵੇ ਜਿਹਦੇ ਨਾਲ ਮੇਰਾ ਟੈਕਸ ਬਚ ਜਾਏ, ਠੀਕ ਹੈ। ਹੁਣ ਪਹਿਲੇ ਕੀ ਹੁੰਦਾ ਸੀ ਕਿ ਮੈਂ ਗੱਡੀ ਲਿੱਤੀ 30,000 ਦੀ, 50,000 ਦੀ ਸੌਰੀ, ਉਹ 4 ਸਾਲ ਵਿੱਚ ਜਿਹੜਾ ਮੈਥਡ ਹੁੰਦਾ ਉਹ ਲਾ ਕੇ ਉਹਦੀ ਡੈਪਰੀਸੀਏਸ਼ਨ ਪਏਗੀ, ਠੀਕ ਹੈ। ਬਟ 12 ਮਾਰਚ ਤੋਂ 30 ਜੂਨ ਦੇ ਵਿੱਚ ਜਿਹੜਾ ਬੰਦਾ ਗੱਡੀ ਲਏਗਾ ਜਾਂ ਕੁਝ ਵੀ ਫਰਨੀਚਰ ਜਾਂ ਉਹਦੇ ਵਾਸਤੇ ਕੋਈ ਵੀ ਖਰਚਾ ਕਰਦਾ, ਹੁਣ 70,000 ਮੈਂ ਸਪੋਜ਼ ਕਰੋ, ਹੁਣ 70,000 ਨੂੰ ਕਵਰ ਕਰਨ ਵਾਸਤੇ ਜਾਂ ਉਹਦੇ ਵਾਸਤੇ ਮੈਨੂੰ ਲੱਗਦਾ ਕਿ ਮੈਨੂੰ ਕੋਈ ਚੀਜ਼ ਖਰੀਦ ਲੈਣੀ ਚਾਹੀਦੀ ਹੈ, ਫਰਨੀਚਰ ਫਿਕਸਚਰ ਆਪਣੇ ਕੰਮ ਵਾਸਤੇ, ਜਾਂ ਇੱਕ ਗੱਡੀ ਖਰੀਦ ਲੈਣੀ ਚਾਹੀਦੀ ਹੈ ਜੋ ਕੰਮ ਵਾਸਤੇ ਹੋਵੇ, ਠੀਕ ਹੈ। ਹੁਣ ਉਹ ਪੂਰੇ ਦਾ ਪੂਰਾ ਮੈਂ 70,000 ਖਰਚਤਾ, ਹੁਣ 70,000 ਦਾ ਮੈਂ ਇੱਕੋ ਵਾਰੀ ਪਾ ਸਕਦਾ, ਮਤਲਬ 1.5 ਲੱਖ ਤੱਕ, rather than waiting for 4 years, ਹਰ ਸਾਲ ਤੁਸੀਂ ਡੈਪਰੀਸੀਏਸ਼ਨ ਇੱਕੋ ਵਾਰੀ ਤੁਸੀਂ ਪਾਤਾ, ਠੀਕ ਹੈ, ਤੁਹਾਡਾ ਪ੍ਰੋਫਿਟ ਕੀ ਰਹਿ ਗਿਆ, 0, ਠੀਕ ਹੈ। ਇਹ ਕਿੱਥੇ ਤੱਕ ਪਾ ਸਕਦੇ ਆ, $1.5 ਲੱਖ ਤੱਕ। ਅੱਛਾ ਮੈਂ ਸੌਰੀ ਫਿਰ ਤਾਂ ਤੁਹਾਨੂੰ ਇੰਟਰਪਟ ਕਰ ਰਹੀ ਹਾਂ, ਜਦੋਂ ਅਸੀਂ ਇੱਕੋ ਵਾਰੀ ਪਾਤਾ ਇਟ ਮੀਨਸ ਕਿ ਅਸੀਂ 4 ਸਾਲਾਂ ਦੇ ਇੱਕੋ ਵਾਰੀ ਪਾਤਾ, ਵੀ ਵੋਂਟ ਬੀ ਏਬਲ ਟੂ ਕਵਰ ਨਹੀਂ, ਬਸ ਇੱਕੋ। ਪਰ ਇੱਕ ਇਹ ਚੀਜ਼ ਦੇਖੋ ਨਾ, ਤੁਸੀਂ 70,000 ਦਾ ਜੇਕਰ 27.5% ਵੀ ਕੈਲਕੂਲੇਟ ਕਰਦੇ ਹੋ, ਕੈਲਕੂਲੇਟ ਕਰਕੇ ਦੇਖ ਲਓ, ਅੱਛਾ ਖਾਸਾ ਟੈਕਸ ਅੱਛਾ ਖਾਸਾ ਬਣ ਜਾਂਦਾ, ਠੀਕ ਹੈ। ਹੁਣ ਉਸ ਟੈਕਸ ਨੂੰ ਤੁਸੀਂ ਇਹ ਦੇਖੋ, ਕੱਲੀ ਥ੍ਰੈਸ਼ਹੋਲਡ ਹੁੰਦੀ ਸੀ 30,000 ਤੱਕ ਪਹਿਲੇ ਕਿ ਇੰਨੇ ਤੱਕ ਤੁਸੀਂ ਪਾ ਸਕਦੇ ਹੋ ਅਪ ਟੂ, ਹੁਣ ਅਪ ਟੂ
1.5 ਲੱਖ ਡਾਲਰ ਤੱਕ ਪਾ ਸਕਦੇ ਹੋ। ਮਤਲਬ ਹਜੇ ਵੀ 5 ਦਿਨ, ਮੈਂ ਕਹੂੰਗਾ 5 ਦਿਨ ਤੇ ਨਹੀਂ, 4 ਦਿਨ ਰਹਿ ਗਏ ਆ, 26 27 28 29 30 5 ਦਿਨ ਹੈਗੇ ਆ। ਠੀਕ ਹੈ, ਕੋਈ ਵੀ ਚੀਜ਼ ਲਓ, ਜੇ ਤੁਹਾਨੂੰ ਲੱਗ ਰਿਹਾ ਕੋਈ ਅਕਾਊਂਟੈਂਟ ਆਪਣੇ ਜਿਹੜੇ ਪੁਰਾਣਾ ਜਾਂ ਨਵਾਂ ਜਾਂ ਕੁਝ ਵੀ ਕਰਨਾ ਚਾਹੁੰਦੇ ਹੋ, ਉਹਦੇ ਕੋ ਆਪਣਾ ਪੂਰਾ ਨੈਟ ਪ੍ਰੋਫਿਟ ਪਲੈਨਿੰਗ ਬਣਾਓ ਕਿ ਮੇਰਾ ਇੰਨਾ ਪ੍ਰੋਫਿਟ ਬਚ ਰਿਹਾ, ਕੀ ਮੈਨੂੰ ਆਪਣੇ ਬਿਜ਼ਨਸ ਵਾਸਤੇ ਕੁਝ ਖਰੀਦਣਾ ਚਾਹੀਦਾ। ਐਡਵਾਈਸ ਲਓ, ਐਡਵਾਈਸ ਇਜ਼ ਆਲਵੇਜ਼ ਯੂਜ਼ਫੁਲ ਐਂਡ ਹੈਲਪਫੁਲ। ਮੈਂ ਇਹ ਕਹੂੰਗਾ ਕਿ ਇਹ ਐਡਵਾਈਸ ਇਸ ਸਮੇਂ ਬੈਸਟ ਟਾਈਮ ਹੈ। ਇਹ 5-6 ਦਿਨ ਵਿੱਚ ਕੋਈ ਚੀਜ਼ ਪਰਚੇਜ਼ ਕਰਨਾ ਜੇ ਨੈਟ ਪ੍ਰੋਫਿਟ ਹੈਗਾ। ਇਹ ਨੈਟ ਪ੍ਰੋਫਿਟ ਨਹੀਂ ਹੈ, ਇਟਸ ਓਕੇ, ਠੀਕ ਹੈ ਨਾ। ਉਹ ਤੁਹਾਡੇ ਪ੍ਰੋਫਿਟ ਨੂੰ ਘਟਾ ਕੇ ਕਿੰਨਾ ਟੈਕਸ ਬਚ ਜਾਏਗਾ, 30-40 ਹਜ਼ਾਰ 70 ਆਰਾਮ ਨਾਲ ਬਚ ਰਿਹਾ। ਕਿਉਂ ਨਾ ਖਰੀਦੀ ਜਾਏ। ਇੱਕ ਤੇ ਤੁਹਾਡੀ ਐਸੈਟ ਬਣੇਗੀ, ਇੱਕ ਐਸੈਟ ਬਣ ਰਹੀ ਹੈ, ਇੱਕ ਤੁਹਾਨੂੰ ਟੈਕਸ ਘੱਟ ਪੈ ਰਿਹਾ। ਹੁਣ ਉਹੀ ਹੈ ਕਿ ਸਮਾਰਟਲੀ ਵਰਕ ਕਰਨਾ ਹੈ। ਸਮਾਰਟਲੀ ਵਰਕ ਤਾਂ ਹੀ ਹੋਏਗਾ ਜੇ ਅਗਰ ਪ੍ਰੋਪਰਲੀ ਐਡਵਾਈਸ ਹੋਏਗੀ। ਮੈਂ ਬਾਰ-ਬਾਰ ਕਹਿ ਰਿਹਾ, ਠੀਕ ਹੈ। ਐਡਵਾਈਸ ਲੈਣਾ ਕੋਈ ਮਾੜੀ ਚੀਜ਼ ਨਹੀਂ ਹੈ, ਐਡਵਾਈਸ ਲਓ, ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੁੰਦੀ। ਇੱਕ ਵਾਰੀ ਐਡਵਾਈਸ ਲੈਣ ਵਿੱਚ ਕੋਈ ਅਰਥ ਨਹੀਂ ਹੈ, ਮੈਂ ਕਹੂੰਗਾ। ਹਾਂ, ਇੱਕ ਹੋਰ ਜਿਹੜੀ ਡਿਡਕਸ਼ਨ ਹੈ, ਮੈਂ ਕਹੂੰਗਾ ਇੰਟਰਸਟ ਐਂਡ ਐਕਸਪੈਂਸ ਔਨ ਇਨਵੈਸਟਮੈਂਟ ਪ੍ਰੋਪਰਟੀਜ਼। ਹੁਣ ਕੀ ਚੱਲ ਰਿਹਾ ਮੋਸਟਲੀ, ਇਹ ਜ਼ਿਆਦਾ ਲੰਬਾ ਟੌਪਿਕ ਹੈ ਬਟ ਮੈਂ ਥੋੜਾ ਜਿਹਾ ਸ਼ਾਰਟ ਕਰਕੇ ਦੱਸੂੰਗਾ। ਅਸੀਂ ਇਨਵੈਸਟਮੈਂਟ ਕਰਦੇ ਹਾਂ ਸਾਰੇ, ਜੇਕਰ ਜਿਹੜਾ ਬੰਦਾ ਕਰ ਰਿਹਾ ਇਨਵੈਸਟਮੈਂਟ ਪ੍ਰੋਪਰਟੀਜ਼ ਖਰੀਦੀ ਪਈ ਹੈ, ਜਿਹਨੂੰ ਰੈਂਟਲ ਕਹਿੰਦੇ ਆ, ਔਰ ਅੱਜ ਕੱਲ ਰੈਂਟ ਨਹੀਂ ਮਿਲ ਰਿਹਾ ਕਈ ਵਾਰੀ, ਡਿਊ ਟੂ ਕੋਵਿਡ ਰੈਂਟ ਨਹੀਂ ਮਿਲ ਰਿਹਾ। ਠੀਕ ਹੈ, ਹੁਣ ਉਹ ਰੈਂਟ ਨਹੀਂ ਆ ਰਿਹਾ ਸਾਨੂੰ, ਉਹ ਇਨਕਮ ਆਣੀ ਬੰਦ ਹੋ ਗਈ। ਠੀਕ ਹੈ, ਕਿਉਂਕਿ ਉਹ ਰੈਂਟ ਸਾਡੀ ਇਨਕਮ ਹੈ। ਹਾਂਜੀ, ਠੀਕ ਹੈ। ਔਰ ਅਸੀਂ ਕਈ ਵਾਰੀ ਕੀ ਕਰ ਰਹੇ ਹਾਂ ਕਿ ਇਨਕਮ ਆਣੀ ਬੰਦ ਹੋ ਗਈ, ਅਸੀਂ ਕਾਲ ਕਰਕੇ ਉਨੀ ਦੇਰ ਸਟਾਪ ਵੀ ਕਰਾ ਰਹੇ ਹਾਂ ਇੰਟਰਸਟ ਵਾਸਤੇ ਕਿ ਅਸੀਂ ਇੰਟਰਸਟ ਵੀ ਨਹੀਂ ਦੇ ਸਕਦੇ। ਠੀਕ ਹੈ, ਕਰਾਓ, ਬਟ ਜੇਕਰ ਤੁਸੀਂ ਉਹਦੇ ਨਾਲ ਦੇਖੋ ਤੁਹਾਨੂੰ ਕਿਹੜੇ ਕਲੇਮ ਹੋ ਸਕਦੇ ਆ। ਲੈਂਡ ਟੈਕਸ ਤੁਸੀਂ ਪੇ ਕਰ ਰਹੇ ਹੋ, ਕਾਉਂਸਿਲ, ਜਾਂ ਉਹਦੇ ਵਾਸਤੇ ਜੇਕਰ ਤੁਸੀਂ ਐਡਵਰਟਾਈਜ਼ਮੈਂਟ ਕਰ ਰਹੇ ਹੋ, ਜੇਕਰ ਕੁਝ ਜਾ ਰਿਹਾ, ਇਹ ਸਾਰੇ ਜਿਹੜੇ ਇਨਵੈਸਟਮੈਂਟ ਦੇ ਰਿਲੇਟਿਡ ਉਹ ਖਰਚੇ ਤਾਂ ਵੀ ਪੈਣਗੇ। ਜੇਕਰ ਤੁਹਾਨੂੰ ਰੈਂਟ ਨਹੀਂ ਮਿਲ ਰਿਹਾ ਔਰ ਤੁਸੀਂ ਇੰਟਰਸਟ ਨਹੀਂ ਬੰਦ ਕਰਾ ਰਹੇ, ਉਹ ਐਕਸਪੈਂਸ ਪੈ ਜਾਊਗਾ। ਉਹ ਤਾਂ ਕੈਲਕੂਲੇਟ ਕਰੋ, ਤੁਸੀਂ ਮੈਚ ਕਰੋ ਕਿ ਤੁਹਾਡੀ ਇਨਕਮ ਕਿੰਨੀ ਹੈ, ਤੁਸੀਂ ਬੰਦ ਕਰਾਣਾ ਕਿ ਨਹੀਂ ਕਰਾਣਾ ਇੰਟਰਸਟ ਔਨ ਲੋਨ, ਉਹਦੇ ਅਕੋਰਡਿੰਗ ਮੈਚ ਕਰਕੇ ਦੇਖੋ ਉਹਨਾਂ ਨੇ ਤੁਹਾਡਾ ਬੰਦ ਕਰ ਦੇਣਾ ਇੰਟਰਸਟ, ਉਹ ਬਾਅਦ ਵਿੱਚੋਂ ਫਿਰ ਵੀ ਪਾਣਗੇ ਤੁਹਾਨੂੰ ਇੰਟਰਸਟ। ਮੇਰੇ ਖਿਆਲ ਨਾਲ ਲੈਣਾ ਬੜਾ ਵੱਡਾ ਟੌਪਿਕ ਹੈ ਤੇ ਇਹਨੂੰ ਡੈਫੀਨਿਟਲੀ ਅਸੀਂ ਕਵਰ ਜ਼ਰੂਰ ਕਰੀਏ ਅਗਲੇ ਐਪੀਸੋਡ ਦੇ ਵਿੱਚ। ਔਰ ਮੈਂ ਐਡਵਾਂਸ ਦੇ ਵਿੱਚ ਇਹ ਵੀ ਕਹਾਂਗੀ ਕਿ ਅਗਰ ਰੈਂਟਲ ਪ੍ਰਾਪਰਟੀਜ਼ ਨੂੰ ਲੈ ਕੇ ਕੋਈ ਵੀ ਕੁਐਸਚਨ ਤੁਹਾਡੇ ਦਿਮਾਗ 'ਚ ਆਏਗਾ ਤਾਂ ਪਲੀਜ਼ ਆਪਣੇ ਕੁਐਸਚਨਸ ਭੇਜੋ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਅਗਲੇ ਐਪੀਸੋਡ ਦੇ ਵਿੱਚ ਅਸੀਂ ਰੈਂਟਲ ਪ੍ਰਾਪਰਟੀਜ਼ ਨੂੰ ਕਵਰ ਕਰਨ ਦੀ ਪੂਰੀ ਕੋਸ਼ਿਸ਼ ਕਰੀਏ ਤੇ ਤੁਹਾਡੇ ਸਵਾਲਾਂ ਦਾ ਜਵਾਬ ਵੀ ਲੈ ਕੇ ਆਈਏ। ਔਰ ਇਹ ਵੀ ਬਿਲਕੁਲ ਸਹੀ ਹੈ ਕਿ ਇੱਥੇ ਬਹੁਤ ਸਾਰੇ ਆਪਣੇ ਭੈਣ ਭਰਾਵਾਂ ਕੋਲ ਜਾਂ ਤਾਂ ਇਨਵੈਸਟਮੈਂਟ ਪ੍ਰਾਪਰਟੀਜ਼ ਹੈਗੀਆਂ ਨੇ, ਜਾਂ ਬਹੁਤ ਸਾਰੇ ਐਸੇ ਭੈਣ ਭਰਾ ਨੇ ਜਿਹੜੇ ਕਿ ਰੈਂਟਲ ਪ੍ਰਾਪਰਟੀਜ਼ ਦੇ ਵਿੱਚ ਰਹਿ ਰਹੇ ਨੇ। ਓਬਵੀਅਸ ਜੀ ਗੱਲ ਹੈ ਕਿ ਦੋਨੋਂ ਪਾਸੇ ਕੋਈ ਨਾ ਕੋਈ ਅਫੈਕਟਡ ਤਾਂ ਹੋਇਆ ਹੀ ਹੈ, ਤਾਂ ਦੋਨਾਂ ਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਅਗਰ ਉਹ ਅਫੈਕਟਡ ਹੋਏ ਨੇ ਉਹਨਾਂ ਨੂੰ ਗਵਰਨਮੈਂਟ ਕੀ ਫੈਸਿਲਿਟੀਜ਼ ਦੇ ਰਹੀ ਹੈ ਔਰ ਕਿਸ ਤਰੀਕੇ ਦੇ ਨਾਲ ਉਹ ਇਸ ਮੁਸ਼ਕਿਲ ਘੜੀ ਦੇ ਵਿੱਚ ਵੀ ਆਪਣੇ ਆਪ ਨੂੰ ਥੋੜਾ ਜਿਹਾ ਬਚਾ ਸਕਦੇ ਨੇ ਜਾਂ ਥੋੜਾ ਜਿਹਾ ਪ੍ਰੋਫਿਟ ਲੈ ਸਕਦੇ ਨੇ, ਜਾਂ ਆਪਾਂ ਕਹੀਏ ਕਿ ਗਵਰਨਮੈਂਟ ਦੀ ਜਿਹੜੀਆਂ ਦਿੱਤੀਆਂ ਹੋਈਆਂ ਸਹੂਲਤਾਂ ਨੂੰ ਉਹਨਾਂ ਨੂੰ ਯੂਜ਼ ਕਰ ਸਕਦੇ ਨੇ। ਸੋ ਇਹ ਟੌਪਿਕ ਡੈਫੀਨਿਟਲੀ ਲੈ ਕੇ ਆਵਾਂਗੇ। ਮੈਂ ਉਹੀ ਕਹਿ ਰਿਹਾ ਕਿ ਇਹ ਤੁਹਾਡੀ ਇਨਕਮ ਨੂੰ ਆਫਸੈਟ ਕਰਨ ਵਾਸਤੇ ਅਸੀਂ ਪ੍ਰਾਪਰਟੀ ਲਿੱਤੀ ਜਾਂਦੀ ਹੈ, ਟੂ ਬੀ ਓਨੈਸਟ। ਹੁਣ ਉਹਦਾ ਐਕਸਪੈਂਸ ਅਸੀਂ ਇੰਟਰਸਟ ਕਈ ਲੋਕ ਬੰਦ ਕਰਾ ਲੈਂਦੇ ਨੇ ਕਿਉਂਕਿ ਯਾਰ ਮੈਨੂੰ ਇਨਕਮ ਨਹੀਂ ਆ ਰਹੀ। ਕਿ ਉਹ ਬੰਦ ਕਰਾਉਣਾ ਚਾਹੀਦਾ ਕਿ ਨਹੀਂ ਚਾਹੀਦਾ, ਉਹ ਤੁਹਾਨੂੰ ਐਡਵਾਈਸ ਡੈਫੀਨੇਟਲੀ ਅਕਾਊਂਟੈਂਟ ਹੀ ਦੇ ਸਕੇ, ਟੂ ਬੀ ਓਨੈਸਟ। ਹਾਂ, ਕਹਿੰਦੇ ਜਿਸ ਕਾ ਕੰਮ ਉਸੀ ਕੋ ਸਾਜੇ। ਤੇ ਮੈਂ ਉਹੀ ਕਹੂੰਗਾ ਕਿ ਹਾਂ ਪੁੱਛੋ, ਪੁੱਛਣ ਵਿੱਚ ਕੋਈ ਹਰਜ ਨਹੀਂ ਹੈ, ਪੁੱਛਣਾ ਚਾਹੀਦਾ ਵਾ। ਇਹ ਇੱਕ ਕਾਲ ਕਰਨ ਦੀ ਦੇਰ ਹੈ, ਪੁੱਛ ਸਕਦੇ ਹੋ ਕਦੀ ਵੀ। ਮੈਂ ਕਹੂੰਗਾ ਡੈਫੀਨੇਟਲੀ ਪੁੱਛਿਆ ਜਾਵੇ ਕਿਉਂਕਿ ਇਹ ਹੈਲਪ ਹੋਊਗੀ ਤੁਹਾਡੀ। ਤੇ ਅਗਲਾ ਮੈਂ ਐਕਸਪੈਂਸ ਕਹੂੰਗਾ ਕਿ ਅਸੀਂ ਇਹ ਕੰਟੀਨਿਊਸਲੀ ਪੈਂਦਾ ਆ ਰਿਹਾ, ਜਦੋਂ ਦਾ ਇਹ ਚੱਲਦਾ ਆ ਰਿਹਾ ਸਿਸਟਮ, ਉਹ ਆਪਣਾ ਹੁੰਦਾ ਵਰਕ ਰਿਲੇਟਿਡ ਐਕਸਪੈਂਸ, ਜਿਹਨੂੰ ਟਰੈਵਲ, ਯੂਨੀਫਾਰਮ, ਇਕਵਿਪਮੈਂਟ। ਹੁਣ ਟਰੈਵਲ ਵਿੱਚ ਕੀ ਹੈ ਕਿ ਅਸੀਂ ਨਾ ਹਮੇਸ਼ਾ ਕਾਊਂਟ ਕਰਦੇ ਹਾਂ ਟਰੈਵਲ ਕਿਹੜਾ ਐਕਸਪੈਂਸ ਹੁੰਦਾ। ਯਾਰ ਮੈਂ ਕੰਮ ਤੇ ਗਿਆ, ਕੰਮ ਤੋਂ ਘਰ ਆ ਗਿਆ, ਮੇਰਾ ਐਕਸਪੈਂਸ ਨਹੀਂ ਪਾ ਰਿਹਾ ਮੇਰਾ ਅਕਾਊਂਟੈਂਟ, ਕਰੈਕਟ? ਉਹ ਨਹੀਂ ਪਾਏਗਾ ਦੇਖਿਆ ਜਾਏ। ਕਿਉਂ? ਜੇ ਅਗਰ ਤੁਸੀਂ TFN ਤੇ ਕੰਮ ਕਰ ਰਹੇ ਹੋ, ਤੁਸੀਂ ਘਰ ਤੋਂ ਕੰਮ ਤੇ ਜਾ ਰਹੇ ਹੋ, ਘਰ ਤੋਂ ਕੰਮ ਤੇ ਆ ਰਹੇ ਹੋ, ਉਹ ਐਕਸਪੈਂਸ ਨਹੀਂ ਕਾਊਂਟ ਹੁੰਦਾ। ਤੁਸੀਂ ਕੰਮ ਤੋਂ ਕੰਮ ਤੇ ਜਾ ਰਹੇ ਉਹੀ ਪਏਗਾ। ਇਹ ਬੜਾ ਜਨਰਲ ਜਿਹਾ, ਬਟ
ਡੈਫੀਨੇਟਲੀ ਇਹ ਐਕਸਪੈਂਸ ਜਦੋਂ ਆਡਿਟ ਨਿਕਲਦਾ ਨਾ, ਇਹ ਐਕਸਪੈਂਸ ਨੂੰ ਬੜਾ ਸੀਰੀਅਸ ਨੋਟ ਤੇ ਲੈਂਦੇ ਆ ਆਡੀਟਰ। ਉਹ ਕਹਿੰਦੇ ਆ ਕਿ ਪ੍ਰੂਫ ਕਰੋ ਕਿ ਤੁਸੀਂ ਕਿੰਜ ਪਾਇਆ ਸੀ, ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਲੋਕ ਪਾ ਦਿੰਦੇ ਕਿ ਯਾਰ ਹਾਂ 5000 ਕਿਲੋਮੀਟਰ ਪਾ ਦਿਓ ਜੀ, ਪਾ ਦਿਓ, ਬਿਨਾਂ ਪ੍ਰੂਫ ਤੋਂ ਪੈਂਦੇ ਜੀ, ਪਾ ਦਿਓ, ਠੀਕ ਹੈ। ਮੈਂ ਕਹੂੰਗਾ ਕਿ ਪਾਓ, ਬਟ ਤੁਸੀਂ ਪ੍ਰੋਪਰਲੀ ਤਰੀਕੇ ਨਾਲ ਦੇਖ ਕੇ ਪਾਓ ਕਿ ਇਹ ਜੈਨੂਅਨ ਵੀ ਹੈ ਕਿ ਨਹੀਂ। ਜੇ ਜੈਨੂਅਨ ਨਹੀਂ ਹੈ ਨਾ, ਆਡਿਟ ਹੋ ਗਿਆ ਤੇ ਫਿਰ ਉਹ ਪ੍ਰੋਬਲਮ ਆਏਗੀ। ਹੁਣ ਯੂਨੀਫਾਰਮ ਕਿਸੇ ਟਾਈਪ ਦੀ ਵੀ ਹੋ ਸਕਦੀ ਹੈ, ਬਟ ਔਰ ਵਰਕ ਦੇ ਨਾਲ ਰਿਲੇਟ ਕਰਦੀ ਹੈ ਕਿ ਨਹੀਂ, ਉਹ ਪਾਣੀ ਚਾਹੀਦੀ ਹੈ। ਹੁਣ ਅਸੀਂ ਉੱਤੇ ਲਿਖਿਆ ਆਈਟੀ ਤੇ ਕੰਮ ਕਰਦਾ, ਠੀਕ ਹੈ। ਉਹ ਬੰਦਾ ਇੱਕ ਜਿਹੜਾ TFN ਤੇ ਕੰਮ ਕਰ ਰਿਹਾ, ਉਹ IT ਦੀ ਜੌਬ ਕਰ ਰਿਹਾ, IT ਤੇ ਕੰਮ ਕਰ ਰਿਹਾ, ਠੀਕ ਹੈ। ਉਹਦੀ ਕੋਈ ਵਰਕਵੇਅਰ ਲੋਗੋ ਵਾਲੀ ਨਹੀਂ ਹੈ, ਠੀਕ ਹੈ, ਤੇ ਉਹਨੂੰ ਕੋਈ ਕਲੋਜ਼ ਨਹੀਂ ਕੀਤਾ ਤਾਂ ਵੀ ਯੂਨੀਫਾਰਮ ਪਾਈ ਜਾ ਰਹੀ ਹੈ। ਤੇ ਉਹਨਾਂ ਨੇ ਕੀ ਚੈੱਕ ਕਰਨਾ ਹੈ ਕਿ IT ਹੈ, ਉਹਦੀ ਲੋਗੋ ਵਾਲੀ ਨਹੀਂ ਹੈ ਤਾਂ ਵੀ ਪਾਤੀ ਹੈ। ਉਹ ਦੋਨਾਂ ਨੂੰ ਮੈਚ ਕਰਨਾ ਬਹੁਤ ਜ਼ਰੂਰੀ ਹੈ। ਫਿਰ ਕੋਈ ਲੇਬਰ ਹੈ, ਜਿਵੇਂ ਕੋਈ ਹੈਲਥ ਚਲੇ ਜਾਓ ਜਾਂ ਕੰਸਟਰਕਸ਼ਨ ਤੇ ਚਲੇ ਜਾਓ, ਉਹਨਾਂ ਨੂੰ ਸੇਫਟੀ ਸੇਫਟੀ ਗਾਰਡਸ ਖਰੀਦਣੇ, ਸੇਫਟੀ ਯੂਨੀਫਾਰਮ ਖਰੀਦਣੀ, ਉਹ ਚੀਜ਼ਾਂ ਤੁਹਾਨੂੰ ਪ੍ਰੋਪਰਲੀ ਚੈਨਲ ਕਹਿੰਦੇ ਕਿ ਡਿਡਕਸ਼ਨ ਵੀ ਪਾਣੀ ਹੈ ਨਾ, ਤਰੀਕੇ ਨਾਲ ਔਰ ਪ੍ਰੋਪਰਲੀ ਜੈਨੂਅਨਲੀ ਪਾਈ ਜਾਏ, ਠੀਕ ਲੱਗਦੀ ਹੈ। ਜੇ ਅਗਰ ਤੁਸੀਂ ਅਨਜੈਨੂਅਨਲੀ ਪਾਓਗੇ, ਕੱਲ ਦੀ ਨਾ ਕੱਲ ਪਤਾ ਨਹੀਂ 5 ਸਾਲਾਂ ਵਿੱਚ ਕਦੀ ਫੜੇਗੇ ਤੇ ਪ੍ਰੋਬਲਮ ਹੋਏਗੀ, ਫਿਰ ਉਹ ਦੇਣ ਵਿੱਚ ਬਹੁਤ ਤਕਲੀਫ ਹੋਏਗੀ। ਇੱਕ ਤੇ ਤੁਸੀਂ ਰੈਡ ਮਾਰਕ ਏਰੀਆ ਵਿੱਚ ਆ ਜਾਓਗੇ, ਇੱਕ ਤੁਸੀਂ ਗਲਤ ਕਰ ਰਹੇ ਹੋ, ਠੀਕ ਹੈ। ਉਹ ਵੀ ਕੁਝ ਡਾਲਰ ਵਾਸਤੇ ਮੈਂ ਕਹੂੰਗਾ ਪ੍ਰੋਪਰਲੀ ਪਾਓ, ਕੋਈ ਹਾਰਮ ਨਾ ਹੋਵੇ, ਉਹ ਤਾਂ ਹੀ ਪੋਸੀਬਲ ਹੈ ਕਿ ਐਡਵਾਈਸ ਲਓ, ਮੈਂ ਕਹੂੰਗਾ, ਠੀਕ ਹੈ। ਤੇ ਮੇਰੇ ਹਿਸਾਬ ਨਾਲ ਇਹੀ ਬੇਸਿਕਲੀ ਐਕਸਪੈਂਸ ਜਿਹੜਾ ਇਨਸਟੈਂਟ ਰਾਈਟ ਆਫ ਹੈ, ਉਹ ਜ਼ਰੂਰ ਇਸ ਸਮੇਂ ਹੌਟ ਟੌਪਿਕ ਬਣਿਆ ਪਿਆ। ਜ਼ਰੂਰ ਪੁੱਛੋ, ਹੈਲਪ ਚਾਹੀਦੀ ਹੈ ਕਾਲ ਕਰੋ, ਮੈਂ ਤੁਹਾਨੂੰ ਕਾਲ ਕਰਕੇ ਦੱਸ ਦੂੰਗਾ। ਤੇ ਤੁਹਾਡੀ ਕੰਪਨੀ ਦਾ ਜਾਂ ਇੰਡੀਵਿਜੂਅਲ ਦਾ ABN ਤੇ ਕੰਮ ਕਰ ਰਹੇ ਜਾਂ ਕੰਪਨੀ ਹੈ, ਤੁਹਾਡਾ ਨੈਟ ਪ੍ਰੋਫਿਟ ਕਿੰਨਾ ਬਣ ਗਿਆ ਹੈ, ਔਰ ਉਸ ਤੋਂ ਬਾਅਦ ਤੁਹਾਨੂੰ ਲੈਣੀ ਵੀ ਜੈਨੂਅਨ ਹੈ ਕਿ ਨਹੀਂ, ਡੈਫੀਨੇਟਲੀ ਕਾਲ ਕਰੋ, ਮੈਂ ਡੈਫੀਨੇਟਲੀ ਹੈਲਪ ਕਰੂੰਗਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਜੀ। ਔਰ ਮੈਂ ਹੀ ਕਹਾਂਗੀ ਕਿ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੇ ਆਪਣੇ ਦਰਸ਼ਕ ਦੇਖ ਰਹੇ ਹਨ, ਉਹਨਾਂ ਨੂੰ ਕਿਤੇ ਨਾ ਕਿਤੇ ਹੈਲਪ ਜ਼ਰੂਰ ਹੋਈ ਹੋਏਗੀ। ਅਗਲੀ ਵਾਰ ਅਸੀਂ ਡੈਫੀਨੇਟਲੀ ਕਵਰ ਕਰ ਰਹੇ ਹਾਂ ਪ੍ਰੋਪਰਟੀ ਦਾ ਟੌਪਿਕ। ਅਗਰ ਤੁਹਾਨੂੰ ਕੁਝ ਵੀ ਦਿਮਾਗ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗੇ ਨੇ, ਪਲੀਜ਼ ਆਪਣੇ ਕੁਐਸਚਨ ਸਾਨੂੰ ਭੇਜੋ ਜਾਂ ਮਨਪ੍ਰੀਤ ਜੀ ਨੂੰ ਡਾਇਰੈਕਟ ਕੰਟੈਕਟ ਕਰੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਵਿੱਚੋਂ ਜਿਹੜੇ ਜਨਰਲ ਕੁਐਸਚਨ ਹੋਣਗੇ ਅਸੀਂ ਲੈ ਕੇ ਤੁਹਾਡੇ ਸਾਹਮਣੇ ਆਈਏ। ਪ੍ਰਾਈਵੇਸੀ ਦਾ ਧਿਆਨ ਜ਼ਰੂਰ ਰੱਖਿਆ ਜਾਏਗਾ ਔਰ ਹਮੇਸ਼ਾ ਰੱਖਿਆ ਜਾਂਦਾ। ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਨਾਮ ਜਾਂ ਨਾ ਅੱਗੇ ਆਵੇ, ਵੈਸੇ ਵੀ ਅੱਗੇ ਨਾਮ ਅਸੀਂ ਨਹੀਂ ਲੈ ਕੇ ਆਵਾਂਗੇ, ਤੁਹਾਡੇ ਕੁਐਸਚਨਸ ਪ੍ਰਾਈਵੇਟ ਹੀ ਰਹਿਣਗੇ, ਲੇਕਿਨ ਜਨਰਲ ਕੁਐਸਚਨ ਜਿਹੜੇ ਆ ਉਹ ਸਭਨਾਂ ਨਾਲ ਡਿਸਕਸ ਕੀਤੇ ਜਾਣਗੇ। ਔਰ ਇਹਦੇ ਨਾਲ ਹੀ ਮੇਰੇ ਵੱਲੋਂ ਸਭਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜੇਕਰ ਤੁਸੀਂ ਆਸਟ੍ਰੇਲੀਆ ਵਿੱਚ ਟੈਕਸ ਦੀ ਸਹੀ ਜਾਣਕਾਰੀ ਚਾਹੁੰਦੇ ਹੋ ਤਾਂ MSS ਟੈਕਸ ਸਰਵਿਸ ਦੇ ਰਜਿਸਟਰਡ ਟੈਕਸ ਏਜੰਟ ਮਨਪ੍ਰੀਤ ਸਿੰਘ ਜੀ ਕਰ ਸਕਦੇ ਹਨ ਤੁਹਾਡੀ ਮਦਦ। MSS ਟੈਕਸ ਸਰਵਿਸ ਪ੍ਰੋਵਾਈਡ ਕਰਦੇ ਹਨ ਤੁਹਾਨੂੰ ਸਭ ਤੋਂ ਵਧੀਆ ਅਤੇ ਅਫੋਰਡੇਬਲ ਸਰਵਿਸ ਇਨਕਮ ਟੈਕਸ ਪ੍ਰੈਪਰੇਸ਼ਨ। ਸੰਪਰਕ ਕਰੋ MSS ਟੈਕਸ ਸਰਵਿਸ ਦੇ ਆਫਿਸ ਵਿੱਚ। MSS ਟੈਕਸ ਸਰਵਿਸ ਦੇ ਆਫਿਸ ਤੁਹਾਡੀ ਸਹੂਲਤ ਲਈ ਨੋਬਲ ਪਾਰਕ, ਮੋਰਡੀਆਲੋਕ ਅਤੇ ਐਪਿੰਗ ਵਿੱਚ ਸਥਿਤ ਹਨ। ਫੋਨ ਨੰਬਰ 0431457638।